ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿਖੇ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਮਣ ਗੁਣਵੰਤੀ ਹਰ ਪਾਏ, ਭੈ ਭਾਏ ਸ਼ਿੰਗਾਰ ਬਣਾਏ। ਕਾਮਣ ਗੁਣਵੰਤੀ ਹਰ ਪਾਏ, ਭੈ ਭਾਏ ਸ਼ਿੰਗਾਰ ਬਣਾਏ। ਸਤਿਗੁਰ ਸੇਵ ਸਦਾ ਸੁਹਾਗਣ, ਸਾਚੀ ਉਪਦੇਸ਼ ਸਮਾਵਣਿਆ। ਸਤਿਗੁਰ ਸੇਵ ਸਦਾ ਸੁਹਾਗਣ, ਸਾਚੀ ਉਪਦੇਸ਼ ਸਮਾਵਣਿਆ। ਵਾਹਿਗੁਰੂ। ਇਹ ਪਵਿੱਤਰ ਸ਼ਬਦ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਤੇਜੋ ਨੰਦਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 123 ਉੱਪਰ ਸੁਭਾਏਮਾਨ ਹਨ। ਸਤਿਗੁਰੂ ਪਵਿੱਤਰ ਸ਼ਬਦ ਦੀ ਵਿਚਾਰ ਦੱਸ ਰਹੇ ਸੀ ਕਿ ਪਰਮੇਸ਼ਰ ਦੇ ਦਰ 'ਤੇ ਕੌਣ ਪ੍ਰਵਾਨ ਹੁੰਦਾ, ਕੌਣ ਸ਼ੋਭਦਾ। ਤੇਰੇ ਭਗਤ ਸੋਹ ਹੈ ਸਾਚੈ ਦਰਬਾਰੇ। ਉਹ ਸੱਚੇ ਦਰਬਾਰ ਵਿੱਚ ਉਹਦੇ ਭਗਤ ਸ਼ੋਭਦੇ ਹਨ, ਸਤਿਕਾਰਯੋਗ ਹਨ। ਜਿਨ੍ਹਾਂ ਨੇ ਗੁਰ ਕੈ ਸ਼ਬਦ ਨਾਮ ਸਵਾਰੇ, ਗੁਰੂ ਦੇ ਬਖਸ਼ੇ ਮੰਤਰ ਨੂੰ ਲੈ ਕਰਕੇ, ਨਾਮ ਨੂੰ ਲੈ ਕਰਕੇ ਆਪਣੇ ਆਪ ਨੂੰ ਸਵਾਰ ਲਿਆ, ਸਿੱਧੇ ਰਸਤੇ ਪਾ ਲਿਆ, ਗੁਰਮਤਿ ਅਨੁਸਾਰ ਚੱਲ ਪਏ। ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਨੇ। ਪਿਛਲੇ ਦਿਨੀ ਆਪਾਂ ਇਹ ਸ਼ਬਦ ਸਰਵਣ ਕੀਤਾ ਸੀ। ਤੇ ਚੌਥੇ ਪਦੇ ਵਿੱਚ ਵੀ ਪਾਤਸ਼ਾਹ ਐਸੀ ਹੀ ਇੱਕ ਉਦਾਹਰਨ ਦਿੰਦੇ ਹੈ ਇਸਤਰੀ ਦੀ। ਕਾਮਣ ਹੁੰਦੀ ਹੈ ਇਸਤਰੀ, ਤੇ ਸਾਡੀ ਜੀਵਾਤਮਾ ਵੀ ਕਾਮਨੀ ਹੈ, ਭਾਵ ਇਸਤਰੀ ਹੈ। ਔਰ ਇਸ ਨੇ ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਹੋਣਾ ਹੈ। ਅਤੇ ਸਤਿਗੁਰਾਂ ਨੇ ਇੱਕ ਸੁੰਦਰ ਜਿਹਾ ਉਦਾਹਰਨ ਦੇ ਕਰਕੇ ਸਾਨੂੰ ਦੱਸਣਾ ਕੀਤਾ ਵੀ ਇੱਦਾਂ ਦਾ ਜੀਵਨ ਜਿਉ ਤਾਂ ਤੂੰ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਸਕਦਾ। ਕਿੱਦਾਂ ਦਾ? ਕਾਮਣ ਗੁਣਵੰਤੀ ਹਰ ਪਾਏ। ਜਿਹੜੀ ਜੀਵ ਇਸਤਰੀ ਆਪਣੇ ਜੀਵਨ ਦੇ ਵਿੱਚ ਮਾਲਕ ਦੇ ਗੁਣਾਂ ਨੂੰ ਢਾਲ ਲੈਂਦੀ ਆ, ਆਪਣੇ ਪਤੀ ਦੇ ਗੁਣਾਂ ਨੂੰ ਢਾਲ ਲੈਂਦੀ ਆ, ਆਪਣੇ ਪਤੀ ਦੇ ਮੁਤਾਬਕ ਚੱਲਦੀ ਆ, ਉਹ ਪਤੀ ਨੂੰ ਚੰਗੀ ਲੱਗਦੀ ਆ। ਕੋਈ ਜ਼ਰੂਰੀ ਨਹੀਂ ਕਿ ਮਨੁੱਖ ਰੂਪ ਪਤੀ ਜਿਹੜਾ ਹੈ ਸ਼ਿੰਗਾਰ ਦੇਖ ਕੇ ਖੁਸ਼ ਹੋਵੇ। ਉਹ ਸ਼ਿੰਗਾਰ ਦੇਖ ਕੇ ਨਹੀਂ, ਆਪਣੀ ਇਸਤਰੀ ਦਾ ਸੁਭਾਅ ਦੇਖ ਕੇ ਖੁਸ਼ ਹੁੰਦਾ ਹੈ, ਜੇ ਉਹ ਉਹਦੇ ਮੁਤਾਬਕ ਚੱਲਦੀ ਹੈ। ਇਸ ਕਰਕੇ ਕਾਮਣ ਗੁਣਵੰਤੀ ਹਰ ਪਾਏ। ਗੁਣਵੰਤੀ ਪੁੱਤਰਵੰਤੀ, ਜਿਹਦੇ ਬਹੁਤ ਸਾਰੇ ਪੁੱਤਰ ਹਨ, ਜਿਹਦੇ ਕੁੱਖੋਂ ਬੱਚੇ ਨੇ ਜਨਮ ਲੈ ਲਿਆ, ਉਹ ਧੀਵੰਤੀ ਪੁੱਤਰਵੰਤੀ ਇੱਕੋ ਹੀ ਗੱਲ ਹੈ, ਸੁਲੱਖਣੀ ਕੁੱਖ। ਅਤੇ ਗੁਣਵੰਤੀ, ਜਿਹਦੇ ਹਿਰਦੇ ਵਿੱਚ ਗੁਣ ਪ੍ਰਗਟ ਹੋ ਗਏ, ਜਿਹਦੇ ਹਿਰਦੇ ਵਿੱਚ ਗੁਣ ਪੈਦਾ ਹੋ ਗਏ, ਉਹ ਗੁਣਵੰਤੀ ਹੈ। ਅਤੇ ਗੁਣ ਕਿਹੜੇ? ਜਿਹੜੇ ਆਪਣੇ ਮਾਲਕ ਦੇ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਰਹਿਣੀ ਰਹੇ ਸੋਈ ਸਿੱਖ ਮੇਰਾ, ਸੋ ਸਹਿ ਮੈਂ ਤਿਸਕਾ ਚੇਰਾ। ਚੇਰਾ ਸੇਵਕ, ਕਮਾਲ ਹੋ ਗਈ। ਜਿਹੜਾ ਸਿੱਖ ਮੇਰੇ ਮੁਤਾਬਕ ਚੱਲੇਗਾ, ਮੈਂ ਉਹਦੇ ਸਾਰੇ ਕਾਰਜ ਕਰਾਂਗਾ, ਮੈਂ ਉਹਦਾ ਸੇਵਕ ਵੀ ਬਣਨ ਨੂੰ ਤਿਆਰ ਹਾਂ।
पर शर्त है, रहनी रहे सोई सिख मेरा, सो सह मैं तिसका चेरा, रहत बिना ना सिख कहावै, रहत बिना तर चोटां खावै। ਭਾਵ ਜਿਹੜਾ ਮਾਰਗ ਦਰਸ਼ਨ ਸਾਨੂੰ ਗੁਰੂਆਂ ਨੇ ਦਿੱਤਾ, ਜਿਹੜਾ ਉਸ 'ਤੇ ਚੱਲੇਗਾ ਉਹ ਹੀ ਪ੍ਰਵਾਨ ਹੋਵੇਗਾ, ਵਰਨਾ ਐਂਟੀ ਚੱਲ ਕੇ ਕੋਈ ਪ੍ਰਵਾਨ ਨਹੀਂ ਹੋ ਸਕਦਾ। ਕਾਮਨ ਗੁਣਵੰਤੀ ਹਰ ਪਾਏ, ਜਿਹੜੀ ਜੀਵ ਇਸਤਰੀ ਪਰਮੇਸ਼ਰ ਦੇ ਗੁਣਾਂ ਨੂੰ ਧਾਰਨ ਕਰ ਲਵੇਗੀ ਉਹ ਪਰਮੇਸ਼ਰ ਨੂੰ ਪਾ ਲਵੇਗੀ। ਜੈਸੀ ਸੰਗਤ ਵੈਸੀ ਰੰਗਤ, ਜਿਹੋ ਜਿਹਾ ਜੀਵਨ ਹੋਵੇਗਾ ਉਹੇ ਜਿਹਾ ਉਸ ਨੂੰ ਫਲ ਪ੍ਰਾਪਤ ਹੋਵੇਗਾ। ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੂ, ਜੋ ਕਤਕ ਦਾ ਮਹੀਨਾ ਚੱਲ ਰਿਹਾ। ਪਿਛਲੇ ਦਿਨੀ ਆਪਾਂ ਸਰਵਣ ਕੀਤੀ ਸੀ ਇਹ ਸ਼ਬਦ ਦੀ ਕਥਾ ਕਿ ਜੀਵ ਜਿਹੋ ਜਿਹੇ ਕਰਮ ਕਰਦਾ ਉਹੇ ਜਿਹਾ ਫਲ ਮਿਲਦਾ। ਜੇ ਦਾਖਾਂ ਬੀਜੀਆਂ, ਅੰਗੂਰਾਂ ਦੀਆਂ ਵੇਲਾਂ ਲਾਈਆਂ ਤੇ ਦਾਖਾਂ ਅੰਗੂਰ ਮਿਲ ਜਾਣਗੇ। ਜੇ ਕਿੱਕਰਾਂ ਦੇ ਬੀਜ ਬੀਜੇ ਆ ਤੇ ਫਿਰ ਉਹਨੂੰ ਅੰਗੂਰ ਨਹੀਂ ਲੱਗਦੇ, ਉਹਨੂੰ ਤਾਂ 16 ਕੰਡੇ ਲੱਗਣਗੇ, ਦੁੱਖ ਲੱਗਣਗੇ। ਜੇ ਦੂਜਿਆਂ ਦੇ ਵਾਸਤੇ ਭਲਾ ਸੋਚਿਆ ਤੇ ਫਿਰ ਤੇਰਾ ਵੀ ਭਲਾ ਹੋ ਜਾਵੇਗਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਪੀਤ। ਪ੍ਰੀਤਮ ਜੀ ਕਹਿੰਦੇ, ਕਾਮਨ ਗੁਣਵੰਤੀ ਹਰ ਪਾਏ, ਭੈ ਭਾਏ ਸ਼ਿੰਗਾਰ ਬਣਾਏ। ਨਾਲੇ ਮਾਲਕ ਨਾਲ ਪ੍ਰੇਮ ਹੋਵੇ, ਪਿਆਰ ਹੋਵੇ ਤੇ ਨਾਲੇ ਉਹਦੇ ਡਰ ਵਿੱਚ ਰਵੇ ਕਿ ਮੇਰਾ ਮਾਲਕ ਮੈਥੋਂ ਗੁੱਸੇ ਨਾ ਹੋ ਜਾਵੇ, ਮੈਂ ਐਸਾ ਕੰਮ ਨਾ ਕਰਾਂ ਕੋਈ। ਗੁਰੂ ਦੀ ਖੁਸ਼ੀ ਲੈਣ ਵਾਸਤੇ ਗੁਰੂ ਦੇ ਡਰ ਵਿੱਚ ਰਹਿਣਾ ਵੀ ਜ਼ਰੂਰੀ ਹੈ ਤੇ ਗੁਰੂ ਨਾਲ ਪਿਆਰ ਕਰਨਾ ਵੀ ਜ਼ਰੂਰੀ ਹੈ, ਪ੍ਰੇਮ ਕਰਨਾ ਵੀ ਜ਼ਰੂਰੀ ਹੈ। ਭੈ ਹੁੰਦਾ ਡਰ, ਨਿਰਮਲ ਡਰ। ਬਸ ਇੱਕ ਤੋਂ ਡਰਨਾ ਹੈ, ਆਪਣੇ ਮਾਲਕ ਤੋਂ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਇੱਕ ਤੋਂ ਡਰਨਾ ਹੈ, ਆਪਣੇ ਮਾਲਕ ਤੋਂ। ਮਾਲਕ ਦੇ ਹੁਕਮ ਅੰਦਰ ਚੱਲਣਾ। ਫਿਰ ਜੇ ਮਾਲਕ ਨਾਲ ਹੈ ਤਾਂ ਫਿਰ ਦੁਨੀਆ ਦੀ ਕੋਈ ਤਾਕਤ ਉਹਨੂੰ ਡਰਾ ਨਹੀਂ ਸਕਦੀ। ਜਿਸ ਦਾ ਆਪਣੇ ਮਾਲਕ ਦੇ ਨਾਲ ਸੰਬੰਧ ਹੈ, ਪਿਆਰ ਹੈ, ਪ੍ਰੇਮ ਹੈ, ਜਿਹੜੀਆਂ ਰੂਹਾਂ ਜੀਵ ਇਸਤਰੀਆਂ ਆਪਣੇ ਮਾਲਕ ਦੇ ਹੁਕਮ ਅੰਦਰ ਚੱਲਦੀਆਂ, ਮਾਲਕ ਉਹਨਾਂ ਦੀ ਹਰ ਤਰ੍ਹਾਂ ਨਾਲ ਰਕਸ਼ਾ ਕਰਦਾ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਪਰਮੇਸ਼ਰ ਨੂੰ ਸਿਮਰ ਲਿਆ ਉਹਨਾਂ ਦੇ ਸੰਸਾਰ ਦੇ ਸਾਰੇ ਡਰ ਖਤਮ ਹੋ ਗਏ, ਕਿਉਂਕਿ ਸਭ ਤੋਂ ਵੱਡੇ ਨਾਲ ਦੋਸਤੀ ਪੈ ਗਈ ਹੈ। ਪ੍ਰੀਤਮ ਦਾ ਇੱਕ ਬਚਨ ਹੈ, ਜੇ ਕੋ ਜੀਓ ਕਹੈ ਉਹਨਾਂ ਕੋ। ਜੇ ਕੋਈ ਰੱਬ ਦੇ ਪਿਆਰਿਆਂ ਨੂੰ ਜੀ ਆਇਆ ਕਹਿ ਦੇਵੇ ਨਾ, ਜਮਦੂਤ ਡਰ ਜਾਂਦੇ ਆ ਵੀ ਯਾਰ ਇਹਦੀ ਰੱਬ ਦੇ ਨਾਲ ਦੋਸਤੀ ਆ, ਰੱਬ ਦੇ ਪਿਆਰਿਆਂ ਨਾਲ ਦੋਸਤੀ ਆ। ਜੇ ਕੋ ਜੀਓ ਕਹੈ ਉਹਨਾਂ ਕੋ, ਜਮ ਕੀ ਤਲਬ ਨਾ ਹੋਈ। ਉਹਨਾਂ ਨੂੰ ਜਮਦੂਤ ਵੀ ਨਹੀਂ ਬੁਲਾ ਸਕਦੇ। ਜੇ ਕੋਈ ਰੱਬ ਦੇ ਪਿਆਰਿਆਂ ਦੇ ਨਾਲ ਦੋਸਤੀ ਪਾਉਂਦਾ, ਸਤਿਕਾਰ ਕਰਦਾ, ਗੁਰੂ ਵਾਲਾ ਬਣਦਾ, ਗੁਰੂ ਦੇ ਲੜ ਲੱਗਦਾ ਹੈ। ਔਰ ਜਿਹੜਾ ਗੁਰੂ ਦੇ ਲੜ ਲੱਗ ਗਿਆ ਉੱਥੋਂ ਜਮਦੂਤ ਵੀ ਭੱਜ ਜਾਣਗੇ, ਕਿਉਂਕਿ ਧਰਮਰਾਜ ਦਾ ਉਹਨਾਂ ਨੂੰ ਹੁਕਮ ਹੈ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੈ, ਨਿਕਟ ਨਾ ਜਾਇਓ ਦੂਤ। ਤੁਸੀਂ ਉਹਨਾਂ ਦੇ ਕੋਲੇ ਨਹੀਂ ਜਾਣਾ ਜਿੱਥੇ ਸਤਸੰਗ ਹੁੰਦੀ ਹੈ, ਜਿੱਥੇ ਸੱਚ ਦੀ ਗੱਲ ਹੁੰਦੀ ਹੈ, ਜਿੱਥੇ ਭਜਨ ਬੰਦਗੀ ਵਾਲੇ ਮਨੁੱਖ ਵਸਦੇ ਆ, ਤੁਸੀਂ ਉੱਥੇ ਨਹੀਂ ਜਾਣਾ। ਉਹਨਾਂ ਨੂੰ ਉੱਥੇ ਜਾਣ ਤੋਂ ਮਨਾਹੀ ਹੈ। ਕਿਉਂ? ਕਿ ਜੇ ਉਹਨਾਂ ਨੇ ਤੁਹਾਨੂੰ ਫੜ ਲਿਆ ਤੇ ਮੈਂ ਛੁਡਾ ਨਹੀਂ ਸਕਦਾ, ਤੇ ਮੈਨੂੰ ਵੀ ਫੜ ਲੈਣ ਤੇ ਛੱਡਣਗੇ ਨਹੀਂ। ਨਾ ਹੋ ਨਾ ਤੂੰ ਨਹਿ ਛੁੱਟੈ, ਨਾ ਮੈਂ ਨਾ ਤੁਸੀਂ ਛੁੱਟ ਨਹੀਂ ਸਕਦੇ। ਉੱਥੇ ਨੇੜੇ ਨਹੀਂ ਜਾਣਾ, ਆਪਾਂ ਦੂਰ ਹੀ ਰਹਿਣਾ। ਨਿਕਟ ਨਾ ਜਾਈਓ ਦੂਤ। ਤਾਂ ਤੇ ਗੁਰੂ ਦੇ ਡਰ ਵਿੱਚ ਰਹਿਣਾ ਚੰਗਾ ਹੈ। ਇਹ ਨਿਰਮਲ ਡਰ ਹੈ, ਨਿਰਮਲ ਭਾਉ ਹੈ। ਪਰ ਇੱਕ ਉਹ ਭਾਉ ਹੁੰਦਾ ਵੀ ਗੁਰੂ ਘਰ ਦੇ ਗੇਟ 'ਚ ਵੜਨਾ ਹੀ ਨਹੀਂਗਾ ਯਾਰ। ਨਹੀਂ ਯਾਰ ਮੈਂ ਨਹੀਂ ਜਾਂਦਾ ਗੁਰਦੁਆਰੇ, ਡਰ ਲੱਗਦਾ। ਕਿਉਂ? ਕਿਉਂਕਿ ਯਾਰ ਮੈਂ ਨਸ਼ੇ ਕਰਦਾ, ਮੈਂ ਨਹੀਂ ਜਾਂਦਾ। ਇਹ ਚੰਗੀ ਗੱਲ ਹੈ ਡਰ ਪੈਦਾ ਹੋਣਾ, ਪਰ ਤੂੰ ਅੰਦਰ ਆ ਨਾ, ਨਸ਼ੇ ਛੱਡ ਕੇ ਆ। ਪਿਆਰ ਵੀ ਤਾਂ ਕਰ ਗੁਰੂ ਨਾਲ, ਡਰ ਵੀ ਕਿ ਮੇਰਾ ਗੁਰੂ ਗੁੱਸੇ ਹੋ ਜਾਵੇਗਾ, ਮੈਂ ਨਸ਼ੇ ਕਰਦਾ, ਮੈਂ ਪੁੱਠੇ ਪਾਸੇ ਚੱਲਿਆ। ਫਿਰ ਪੁੱਠੇ ਕੰਮ ਛੱਡ ਕੇ ਗੁਰੂ ਕੋਲੇ ਆ, ਤੈਨੂੰ ਗੁਰੂ ਦਾ ਪਿਆਰ ਖਿੱਚ ਕੇ ਅੰਦਰ ਲੈ ਆਵੇ। ਕਹੋ ਸਤਨਾਮ ਸ੍ਰੀ। ਜਿਸ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਵਾਨ ਸਜਾਉਂਦੇ ਆ, ਕਥਾ ਵਾਰਤਾ ਸੁਣਾਉਂਦੇ ਆ, ਸਿੱਖ ਸੰਗਤਾਂ ਨੂੰ ਵਿਚਾਰ ਵਟਾਂਦਰੇ ਸੁਣਾਉਂਦੇ ਆ, ਤੇ ਦੀਵਾਨ ਦੇ ਐਨ ਸਾਹਮਣੇ ਗੇਟ ਦੇ ਕੋਲ ਇੱਕ ਮਨੁੱਖ ਆ ਕੇ ਖੜ੍ਹਦਾ।
ਤੇ ਸਤਿਗੁਰਾਂ ਦੀ ਨਿਗਾਹ ਸਿੱਧੀ ਉਸ 'ਤੇ ਜਾਂਦੀ ਹੈ। ਤੇ 10-12 ਦਿਨ ਸਤਿਗੁਰੂ ਦੇਖਦੇ ਰਹੇ ਵੀ ਇਹ ਮਨੁੱਖ ਆਉਂਦਾ ਅੰਦਰ ਨਹੀਂ ਵੜਦਾ, ਮੱਥਾ ਨਹੀਂ ਟੇਕਦਾ, ਹੋ ਉੱਥੇ ਬਾਹਰ 'ਚ ਹੀ ਖੜ੍ਹ ਜਾਂਦਾ। ਤੇ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਉਦੋਂ ਚਲਿਆ ਜਾਂਦਾ। ਤੇ ਇੱਕ ਦਿਨ ਪਾਤਸ਼ਾਹ ਜੀ ਆਪਣੇ ਸਿੰਘਾਂ ਨੂੰ ਕਹਿਣ ਲੱਗੇ, ਭਾਈ ਆਲਮ ਸਿਆਂ, ਹਾਂ ਮਹਾਰਾਜ, ਜਿਹੜਾ ਉਹ ਬੰਦਾ ਬਾਹਰ ਖੜ੍ਹਦਾ ਨਾ ਗੇਟ 'ਤੇ, ਅੰਦਰ ਨਹੀਂ ਆਉਂਦਾ, ਉਹ ਅੱਜ ਸਮਾਪਤੀ ਤੋਂ ਬਾਅਦ ਉਹਨੂੰ ਅੰਦਰ ਲੈ ਕੇ ਆਇਓ। ਕਹਿਣ ਲੱਗਿਆ ਜੀ ਠੀਕ ਆ। ਜਿਸ ਵੇਲੇ ਇੱਧਰੋਂ ਸਮਾਪਤੀ ਹੋ ਗਈ, ਦੋ ਸਿੰਘ ਬਾਹਰ ਚਲੇ ਗਏ, ਉਹਨੂੰ ਬੇਨਤੀ ਕਰਦੇ ਆ ਵੀ ਸਿੱਖਾ ਤੈਨੂੰ ਗੁਰੂ ਸਾਹਿਬ ਨੇ ਅੰਦਰ ਬੁਲਾਇਆ। ਕਹਿੰਦਾ ਨਾ ਨਾ ਨਾ, ਮੈਂ ਅੰਦਰ ਨਹੀਂ ਜਾਣਾ। ਕਹਿੰਦੇ ਕਿਉਂ? ਨਹੀਂ ਯਾਰ, ਮੈਂ ਨਹੀਂ ਜਾਣਾ ਅੰਦਰ। ਉਹਨਾਂ ਨੇ ਪਹਿਲਾਂ ਬੇਨਤੀਆਂ ਕੀਤੀਆਂ, ਨਾ ਆਇਆ, ਤੇ ਦੋ ਜਣੇ ਬਾਹਾਂ ਤੋਂ ਫੜ ਕੇ ਲਿਆਏ। ਗੁਰੂ ਸਾਹਿਬ ਦਾ ਹੁਕਮ ਵਜਾਉਣਾ ਸੀ। ਲਓ ਮਹਾਰਾਜ ਲਿਆਂਦਾ, ਨਾਲੇ ਕੰਬੀ ਜਾਵੇ ਖੜਾ ਸਾਹਮਣੇ ਪਾਤਸ਼ਾਹ ਦੇ। ਪਾਤਸ਼ਾਹ ਕਹਿੰਦੇ ਉਹ ਤੂੰ ਡਰੀ ਕਿਉਂ ਜਾਂਦਾ? ਮੈਂ ਤੈਨੂੰ ਪਿਆਰ ਕਰਕੇ ਅੰਦਰ ਬੁਲਾਇਆ ਹੈ। ਪਿਛਲੇ 10-12 ਦਿਨਾਂ ਤੋਂ ਮੈਂ ਵੇਖਦਾ ਤੂੰ ਬਾਹਰ 'ਚੋਂ ਖੜ੍ਹ ਕੇ ਮੁੜ ਜਾਂਦਾ, ਅੰਦਰ ਕਿਉਂ ਨਹੀਂ ਆਉਂਦਾ? ਕਹਿੰਦਾ ਜੀ ਡਰ ਲੱਗਦਾ। ਕਹਿੰਦੇ ਡਰ ਕਾਹਦਾ ਲੱਗਦਾ ਤੈਨੂੰ? ਕਹਿੰਦਾ ਜੀ ਜੇ ਮੈਂ ਮੰਦਰ ਵਾਲੇ ਪਾਸੇ ਗਿਆ, ਉਹਨਾਂ ਦੀ ਕਥਾ ਵਾਰਤਾ ਸੁਣੀ, ਵਿਚਾਰਾਂ ਸੁਣੀਆਂ, ਚੰਗੀਆਂ ਲੱਗੀਆਂ, ਅੰਦਰ ਬੈਠਾ ਤੇ ਉਹਨਾਂ ਨੇ ਮੈਨੂੰ ਬਾਹੋਂ ਫੜ ਕੇ ਬਾਹਰ ਕੱਢਤਾ। ਕਹਿੰਦੇ ਚੱਲ ਬਾਹਰ। ਜੇ ਹੋਰ ਕਿਸੇ ਧਾਰਮਿਕ ਸਥਾਨ 'ਤੇ ਗਿਆ, ਉਹਨਾਂ ਨੇ ਮੈਨੂੰ ਅੰਦਰ ਨਹੀਂ ਵੜਤਾ, ਕਹਿੰਦੇ ਤੂੰ ਬਾਹਰ ਚੱਲ। ਤੁਹਾਡੀਆਂ ਵਿਚਾਰਾਂ ਚੰਗੀਆਂ ਲੱਗਦੀਆਂ, ਪਰ ਮੈਨੂੰ ਡਰ ਲੱਗਦਾ ਕਿਤੇ ਤੁਸੀਂ ਵੀ ਨਾ ਮੈਨੂੰ ਭਜਾ ਦਿਓ। ਪਾਤਸ਼ਾਹ ਕਹਿੰਦੇ ਉਹ ਤੈਨੂੰ ਕਿਉਂ ਭਜਾ ਦਿੰਦੇ ਆ? ਕਹਿੰਦਾ ਜੀ ਅਸੀਂ ਕਲਾਲ ਹੁੰਦੇ ਹਾਂ। ਪਾਤਸ਼ਾਹ ਕਹਿੰਦੇ ਕਲਾਲ? ਉਹ ਕਿਉਂ, ਕੌਣ ਹੁੰਦੇ ਆ? ਕਹਿਣ ਲੱਗਿਆ ਜੀ ਮੇਰਾ ਕੰਮ ਹੈ ਸ਼ਰਾਬ ਵੇਚਣਾ। ਕਹੋ ਸਤਨਾਮ ਸ੍ਰੀ। ਇਸ ਕਰਕੇ ਮੰਦਰ ਮਸੀਤ ਧਾਰਮਿਕ ਸਥਾਨਾਂ ਵਾਲੇ ਕਹਿੰਦੇ ਵੀ ਤੂੰ ਸ਼ਰਾਬੀ ਹੈ, ਤੂੰ ਕਲਾਲ ਹੈ, ਤੂੰ ਨਿਕਲ ਜਾ ਬਾਹਰ, ਤੂੰ ਧਾਰਮਿਕ ਸਥਾਨ 'ਤੇ ਨਹੀਂ ਆ ਸਕਦਾ। ਇਸ ਕਰਕੇ ਮੈਂ ਅੰਦਰ ਨਹੀਂ ਸੀ ਆਉਂਦਾ ਮਹਾਰਾਜ, ਡਰਦਾ ਸੀ। ਤੇ ਗੁਰੂ ਸਾਹਿਬ ਨੇ ਉੱਠ ਕੇ ਨਾ ਆਸਣ ਤੋਂ ਉਹਦੇ ਕੋਲ ਗਏ ਤੇ ਉਹਨੂੰ ਗਲਵੱਕੜੀ 'ਚ ਲੈ ਕੇ ਕਹਿਣ ਲੱਗੇ, ਉਹ ਜਾ ਹੋਏ ਤੂੰ ਤਾਂ ਵੀ ਡਰੀ ਜਾਂਦਾ, ਕਲਾਲ ਤਾਂ ਗੁਰੂ ਕੇ ਲਾਲ ਹੁੰਦੇ ਆ। ਅਸੀਂ ਵੀ ਇੱਕ ਨਸ਼ਾ ਦਿੰਦੇ ਆ। ਕਹੋ ਸਤਨਾਮ। ਅਸੀਂ ਨਾਮ ਦਾ ਰਸ ਦਿੰਦੇ ਆ, ਨਾਮ ਦਾ ਨਸ਼ਾ ਦਿੰਦੇ ਆ ਜੀਵ ਨੂੰ। ਤੂੰ ਮੂਹਰੇ ਆ ਕੇ ਬੈਠਿਆ ਕਰ। ਉਸ ਦਿਨ ਤੋਂ ਬਾਅਦ ਉਹ ਜਿਹੜਾ ਕਲਾਲ ਪੁਣਾ ਭਾਵ ਸ਼ਰਾਬ ਕੱਢਣੀ ਵੇਚਣੀ ਛੱਡ ਗਿਆ। ਕਹੋ ਸਤਨਾਮ ਸ੍ਰੀ। ਉਹ ਕੰਮ ਹੀ ਬੰਦ ਕਰਤਾ ਉਹਨੇ। ਜਿਸ ਮਨੁੱਖ ਨੂੰ ਧਾਰਮਿਕ ਸਥਾਨ ਤੋਂ ਇੰਨਾ ਪਿਆਰ ਮਿਲ ਜਾਵੇਗਾ, ਉਹ ਕਿਉਂ ਨਹੀਂ ਆਵੇਗਾ? ਤਾਂ ਡਰ ਵੀ ਚਾਹੀਦਾ ਕਿ ਅਸੀਂ ਪੁੱਠੇ ਰਾਸੇ ਨਾ ਚੱਲੀਏ, ਅਸੀਂ ਉਹ ਕੰਮ ਨਾ ਕਰੀਏ ਜਿਹਦੇ ਨਾਲ ਮਾਲਕ ਗੁੱਸੇ ਹੋ ਜੇ ਸਾਡਾ, ਪਰ ਮਾਲਕ ਨਾਲ ਪਿਆਰ ਵੀ ਚਾਹੀਦਾ। ਇਹ ਸਾਡਾ ਸ਼ਿੰਗਾਰ ਹੈ ਜੀਵ ਆਤਮਾ ਇਸਤਰੀ ਦਾ। ਜਿਵੇਂ ਉਹ ਇਸਤਰੀ ਜਿਹੜੀ ਹੈ ਸੰਸਾਰੀ, ਉਹ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਇਸ਼ਨਾਨ ਕਰਦੀ ਹੈ, ਨਾਮ ਜਪਦੀ, ਆਪਣਾ ਸ਼ਿੰਗਾਰ ਕਰਦੀ ਹੈ, ਕੇਸ ਵਾਹੁੰਦੀ ਹੈ, ਸੋਨਾ ਚਾਂਦੀ ਗਹਿਣੇ ਪਾਉਂਦੀ ਆ, ਸੁੰਦਰ ਕੱਪੜੇ ਪਾਉਂਦੀ ਆ ਮਾਲਕ ਨੂੰ ਖੁਸ਼ ਕਰਨ ਵਾਸਤੇ। ਪਰ ਇਹ ਗੁਰੂ ਰੂਪੀ ਮਾਲਕ ਨੂੰ, ਪਰਮੇਸ਼ਰ ਮਾਲਕ ਨੂੰ ਖੁਸ਼ ਕਰਨ ਵਾਸਤੇ ਦੋ ਚੀਜ਼ਾਂ ਦੀ ਲੋੜ ਹੈ, ਉਹਦਾ ਡਰ ਤੇ ਉਹਦੇ ਨਾਲ ਪਿਆਰ। ਦੋਨੇ ਇਕੱਠੇ ਰਹਿਣੇ ਚਾਹੀਦੀ ਹੈ। ਭੈ ਤੇ ਭਾਓ ਦੋਨੇ ਚਾਹੀਦੇ ਆ, ਇੱਕ ਨਾਲ ਨਹੀਂ ਗੱਲ ਬਣਨੀ। ਡਰ ਕੇ ਦੂਰ ਨਹੀਂ ਭੱਜਣਾ ਤੇ ਪਿਆਰ ਕਰਦਿਆਂ ਹੋਇਆਂ ਐਸਾ ਵੀ ਬੇਪਰਵਾਹ ਨਹੀਂ ਹੋ ਜਾਣਾ ਕਿ ਗੁਰੂ ਤੋਂ ਬਾਹਰ ਚਲੇ ਜਾਈਏ ਹੁਕਮ ਤੋਂ। ਕੋ ਸਤਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਕਾਮਣ ਗੁਣਵੰਤੀ ਹਰ ਪਾਏ, ਭੈ ਭਾਏ ਸ਼ਿੰਗਾਰ ਬਣਾਏ। ਜਿਹੜੀਆਂ ਆਪਣੇ ਹਿਰਦੇ ਵਿੱਚ ਮਾਲਕ ਦਾ ਡਰ ਰੱਖਦੀਆਂ, ਪਿਆਰ ਵੀ ਕਰਦੀਆਂ, ਸਤਿਗੁਰ ਸੇਵ ਸਦਾ ਸੁਹਾਗਣ, ਸਤਿਗੁਰ ਨੂੰ ਸਿਮਰਦੀਆਂ ਹਨ, ਉਹ ਪਰਮੇਸ਼ਰ ਨੂੰ ਮਿਲ ਕੇ ਸਦਾ ਸੁਹਾਗਣ ਹੋ ਜਾਂਦੀਆਂ। ਇੱਕ ਤਾਂ ਸੰਸਾਰੀ ਸੁਹਾਗਣ ਹੈ, ਉਹਦਾ ਪਤੀ ਪਹਿਲਾਂ ਮਰ ਗਿਆ ਤਾਂ ਉਹ ਦੁਹਾਗਣ ਹੋ ਗਈ, ਪਰ ਜਿਸ ਨੂੰ ਪਰਮੇਸ਼ਰ ਪਤੀ ਮਿਲ ਗਿਆ ਉਹ ਕਦੇ ਦੁਹਾਗਣਾ ਨਹੀਂ ਹੁੰਦੀਆਂ, ਸਦਾ ਹੀ ਸੁਹਾਗਣ ਹੁੰਦੀਆਂ ਉਹ। ਪ੍ਰੀਤਮ ਜੀ ਕਹਿੰਦੇ ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾਵਣਿਆ। ਉਹਨਾਂ ਦੇ ਹਿਰਦੇ ਵਿੱਚ ਸੱਚ ਵਸ ਗਿਆ, ਕਿਉਂਕਿ ਮਾਲਕ ਚਾਹੁੰਦਾ ਸੱਚ ਬੋਲੇ। ਮਾਲਕ ਚਾਹੁੰਦਾ ਹੈ ਕਿ ਮੇਰੇ ਸਾਹਮਣੇ ਝੂਠ ਨਹੀਂ ਚੱਲਣਾ ਚਾਹੀਦਾ, ਮੇਰੇ ਸਾਹਮਣੇ ਆ ਕੇ ਝੂਠ ਪਖੰਡ ਨਾ ਕਰੇ। ਮੈਨੂੰ ਇਹ ਚੰਗਾ ਨਹੀਂ ਲੱਗਦਾ ਗਾ, ਇਹ ਕਰਮਕਾਂਡ ਚੰਗੇ ਨਹੀਂ ਲੱਗਦੇ ਮੈਨੂੰ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ। ਇਹ ਸਾਰੇ ਕਰਮਕਾਂਡ ਤਾਂ ਕਰਦਾ, ਪਰ ਅੰਦਰੋਂ ਜਿਹੜਾ ਝੂਠ ਨੂੰ ਛੱਡਦਾ ਨਹੀਂ, ਸੱਚ ਨੂੰ ਸ਼ੁਰੂ ਨਹੀਂ ਕਰਦਾ, ਸੱਚ 'ਤੇ ਚੱਲਦਾ ਨਹੀਂ।
पांच जना से संग न छुटक्यो अद के अहम बुध बाधे प्यारे इन बिध मिलन न जाई मैं किए कर्म अनेका हार परयो स्वामी के द्वारे दीजे बुध विवेका। किवें खुश हुंदा है? आओ गुरु नूं पुछ लईए। स्वामी कहंदे है गुरु नूं, उस्ताद नूं, मालक नूं। आओ गुरु नूं पुछीए किवें खुश हुंदा। सतगुर सेव सदा सुहागण सच उपदेश समावणिया हिरदे विच सच धार के। परमेश्वर सच है, सब तो उच्चा है, पर उदों उच्चे कौन है? जिन्हों ने सच नूं जिंदगी विच धारण कर लिया। सच्चों उरै सब को, बाणी का बचन है, सच्चों उरै सब को उपर सच अचार। सब दुनिया सच तो थले है, सच सब तो उच्चा है, ते सच तो उच्चे कौन है? जिन्हों ने सच धारण कर लिया। रहनी रहे सोई सिख मेरा, सो सह मैं तिसका चेहरा। मतलब गुरु साहब ने अपने आप तो ਵੱਡਾ कर दिता। कहो सतनाम श्री। इस करके सतगुरु पातशाह जी अगे कहते जिन्हों ने सच्चे उपदेश नूं हिरदे विच धारण कर लिया, सच विच समा गए। शब्द विसारन तिन ठौर न ठाओ। पर जिन्हों ने गुरु के शब्द नूं छड़ दिता, गुरु के शब्द नूं विसार दिता, उन्हां नूं किते भी टिकाणा नहीं मिलता। ਠਾਉ ਹੁੰਦੀ ਹੈ ਥਾਂ, ਠੌਰ ਹੁੰਦਾ ਟਿਕਾਣਾ। ਠੌਰ ਹੁੰਦਾ ਥੋੜ੍ਹੇ ਸਮੇਂ ਦਾ ਟਿਕਾਣਾ, ਠਾਉ ਹੁੰਦਾ ਪੱਕਾ ਟਿਕਾਣਾ। ਉਹ ਫਿਰ ਭਟਕਦੇ ਰਹਿੰਦੇ ਆ, ਉਹਨਾਂ ਦਾ ਕਿਤੇ ਪੈਰ ਨਹੀਂ ਲੱਗਦਾ, ਉਹ ਦੁਖੀ ਹੁੰਦੇ ਆ, ਉਹਨਾਂ ਦੀ ਕੋਈ ਬਾਂਹ ਨਹੀਂ ਫੜਦਾ। ਫਿਰ ਜਿਨ੍ਹਾਂ ਨੇ ਗੁਰਮੰਤਰ ਨੂੰ ਛੱਡ ਦਿੱਤਾ, ਗੁਰੂ ਦੇ ਹੁਕਮ ਨੂੰ ਭੁਲਾ ਦਿੱਤਾ। ਗੁਰਸ਼ਬਦ ਦਾ ਮਤਲਬ ਗੁਰੂ ਦਾ ਹੁਕਮ ਜਿਹੜਾ ਉਹਦੇ ਮੁਖ 'ਚੋਂ ਨਿਕਲਿਆ। ਜਿਨ੍ਹਾਂ ਨੇ ਉਹਨੂੰ ਵਿਸਾਰ ਦਿੱਤਾ, ਤਿੰਨਾ ਠਾਉ ਨਾ ਠਾਓ, ਤੇ ਫਿਰ ਕਿਵੇਂ ਰਹਿੰਦੇ ਆ? ਉਹ ਭਰਮ ਭੁੱਲੇ, ਭਰਮਦੇ ਰਹਿੰਦੇ ਆ, ਕਿਤੇ ਟਿਕਾਣਾ ਨਹੀਂ ਮਿਲਦਾ। ਉਹਨਾਂ ਭੁਲੱਕੜਾਂ ਨੂੰ, ਭੁੱਲਿਆਂ ਹੋਇਆਂ ਨੂੰ ਜਿਉਂ ਸੁੰਨੇ ਘਰ ਕਾਓ। ਜਿਵੇਂ ਸੁੰਨੇ ਘਰ ਵਿੱਚ ਕਾਂ ਥੋੜ੍ਹੇ ਸਮੇਂ ਲਈ ਬਹਿੰਦਾ, ਸੁੰਨੇ ਘਰ 'ਚ ਕੋਈ ਹੁੰਦਾ ਹੀ ਨਹੀਂ ਖਾਣ ਨੂੰ, ਥੋੜ੍ਹੇ ਸਮੇਂ ਲਈ ਬਹਿੰਦਾ ਤੇ ਕਾਂ ਕਾਂ ਕਰਕੇ ਉੱਥੋਂ ਉੱਡ ਜਾਂਦਾ। ਇਸੇ ਤਰ੍ਹਾਂ ਹੀ ਇਹ ਸੰਸਾਰ ਜਿਹੜਾ ਹੈ ਪਰਮੇਸ਼ਰ ਨੂੰ ਭੁੱਲ ਕੇ, ਗੁਰੂ ਨੂੰ ਭੁੱਲ ਕੇ, ਇਸੇ ਤਰ੍ਹਾਂ ਹੀ ਕਾਵਾਂ ਦੀ ਨਿਆਈ ਕਾਂ ਕਾਂ ਕਰਦਾ ਫਿਰਦਾ, ਭਟਕਦਾ ਫਿਰਦਾ, ਭਰਮਦਾ ਫਿਰਦਾ ਹੈ। ਭਰਮ ਭੁੱਲੇ ਜਿਉਂ ਸੁਣਿਆ ਕਰ ਕਾਉ, ਹਲਤ ਪਾਲਤ ਤਿੰਨੀ ਦੋਵੇਂ ਗਵਾਵੇ। ਉਹਨਾਂ ਨੇ ਲੋਕ ਤੇ ਪਰਲੋਕ ਦੋਨੇ ਖਰਾਬ ਕਰ ਲਏ। ਇੱਥੇ ਦੁਖੀ ਰਹੇ, ਮਰਨ ਤੋਂ ਬਾਅਦ ਟੇਢੀਆਂ ਜੂਨਾਂ 'ਚ ਪੈ ਗਏ। कई जन्म पै कीट पतंगा, कई जन्म गजमीन कुरंगा, कई जन्म पंखी सर्प होयो। मरण तो बाद टेढ़ियां जूनां 'च पै गए। जिन्ना चिर जीवन मिलिया वो भी दुखां 'च बतीत हो गया। हलत पलत लोक ते परलोक दोने खराब कर ले। चंगे किन्ना दे है? जिहड़े गुरु नूं मिल पे। लोक सुखीए परलोक सुहेले, नानक हर प्रभ आपे मेले। जिन्हां ने अपने आप नूं हरि नाल जोड़ लिया, मालक नाल जोड़ लिया, वो सुखी है। ਉਹਨਾਂ ਦਾ ਲੋਕ ਵੀ ਵਧੀਆ ਹੋ ਜਾਣਾ ਤੇ ਉਹਨਾਂ ਦਾ ਪਰਲੋਕ, ਮਰਨ ਤੋਂ ਬਾਅਦ ਅਗਲਾ ਲੋਕ ਜਿੱਥੇ ਉਹ ਰੂਹਾਂ ਜਾਣਗੀਆਂ ਉਹ ਵੀ ਵਧੀਆ ਮਿਲੂਗਾ। ਜਿਸ ਤਰ੍ਹਾਂ ਸਾਨੂੰ ਮਨੁੱਖਾ ਜਾਮਾ ਮਿਲਿਆ, ਇਹ 84 ਲੱਖ ਜੂਨਾਂ ਤੋਂ ਸ਼੍ਰੋਮਣੀ ਹੈ, ਪਰ ਇਹ ਮਿਲਿਆ ਕਾਹਦੇ ਵਾਸਤੇ ਸੀ ਉਹ ਸਮਝਿਆ ਨਹੀਂ ਗਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਂ, ਮਿਲ ਸਾਧ ਸੰਗਤ ਭਜ ਕੇਵਲ ਨਾ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਉਹਨਾਂ ਨੇ ਆਪਣਾ ਲੋਕ ਪਰਲੋਕ ਖਰਾਬ ਕਰ ਲਿਆ। ਹਲਤ ਪਲਤ ਤਿੰਨੀ ਦੋਵੇਂ ਗਵਾਏ, ਦੁੱਖ ਹੈ ਦੁੱਖ ਵਿਹਾਵਣਿਆ। ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ। ਕੀ ਲਿਖਦਿਆਂ ਲਿਖਦਿਆਂ? ਜਿਵੇਂ ਲਿਖਦਿਆਂ ਲਿਖਦਿਆਂ ਕਾਗਜ਼ ਮੁੱਕ ਜਾਵੇ ਤੇ ਸਿਆਹੀ ਮੁੱਕ ਜਾਵੇ। ਇਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਨੇ ਜੀਵਨ ਬਤੀਤ ਕਰਦਿਆਂ ਕਰਦਿਆਂ ਸਵਾਸ ਵੀ ਮੁਕਾ ਦਿੱਤੇ ਔਰ ਸਰੀਰ ਵੀ ਮੁੱਕ ਗਿਆ, ਅਖੀਰ ਉਹਨਾਂ ਦਾ ਕਹੋ ਸਤਨਾਮ ਸ੍ਰੀ। ਆਪਣੀ ਸੁਰਤ ਦੇ ਸ਼ਬਦ ਵਿੱਚ ਜਿਨ੍ਹਾਂ ਨੇ ਲਿਖਦਿਆਂ ਲਿਖਦਿਆਂ ਕੀ ਕੀਤਾ ਗੁਰੂ ਪਿਆਰਿਓ? ਕੀ ਲਿਖਿਆ ਸੁਰਤ ਦੇ ਕਾਗਜ਼ 'ਤੇ? ਪਾਤਸ਼ਾਹ ਜੀ ਨੂੰ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਹਨਾਂ ਦਾ ਮਾਸਟਰ ਉਸਤਾਦ ਪਾਂਧਾ ਉਹ ਪੜ੍ਹਾ ਰਿਹਾ ਗੁਰੂ ਪਿਆਰਿਓ। ਅਤੇ ਪੜ੍ਹਾਉਂਦਾ ਪੜ੍ਹਾਉਂਦਾ ਉਹਨਾਂ ਨੂੰ
ਜਦ ਪੜ੍ਹਾਉਣ ਲੱਖਿਆ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਪਾਂਧਾ ਜੀ ਕੀ ਪੜ੍ਹਾਉਣੇ ਹੋ? ਇਹ ਨਹੀਂ ਮੈਂ ਪੜ੍ਹਨਾ। ਪਾਂਧਾ ਕਹਿਣ ਲੱਗਿਆ, ਕਿਉਂ ਨਹੀਂ ਪੜ੍ਹਨਾ? ਤੇਰਾ ਪਿਤਾ ਪਟਵਾਰੀ ਹੈ, ਜੇ ਤੂੰ ਮੇਰੇ ਕੋਲੇ ਪੜ੍ਹ ਲਵੇਂ ਤੇ ਮੈਂ ਤੈਨੂੰ ਸਾਰੀਆਂ ਗਿਣਤੀਆਂ ਮਿਣਤੀਆਂ ਤੇ ਲਿਖਾਈ ਪੜ੍ਹਾਈ ਸਭ ਸਿਖਾ ਦਿਆਂਗਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਪਾਂਧਾ ਜੀ ਐਸੀ ਪੜ੍ਹਾਈ ਦਾ ਕੀ ਫਾਇਦਾ ਜਿਸ ਫਾਹੇ ਪੜ੍ਹਨ ਅਪਾਰ। ਜਿਸ ਤਰ੍ਹਾਂ ਬੰਦੇ ਨੂੰ ਫਿਰ ਬੰਧਨ ਪੈਂਦੇ ਆ, ਮੈਂ ਨਹੀਂ ਪੜ੍ਹਨਾ ਹੈ। ਮਾਸਟਰ ਕਹਿੰਦਾ, ਫਿਰ ਤੂੰ ਕੀ ਪੜ੍ਹਨਾ? ਇੱਕ ਬੱਚਾ ਜਾਣ ਕੇ ਮਾਸਟਰ ਪਿਆਰ ਨਾਲ ਪੁੱਛਦਾ, ਫਿਰ ਤੂੰ ਕੀ ਪੜ੍ਹਨਾ? ਜਿਸ ਤਰ੍ਹਾਂ ਬਚਪਨ ਵਿੱਚ ਭਗਤ ਪ੍ਰਹਿਲਾਦ ਕਹਿੰਦਾ, ਮੇਰੀ ਪਟੀਆ ਲਿਖ ਦਿਓ ਸ਼੍ਰੀ ਗੋਪਾਲ, ਪਰਮੇਸ਼ਰ ਦਾ ਨਾਮ ਲਿਖੋ, ਮੈਂ ਤਾਂ ਉਹ ਪੜ੍ਹੂੰਗਾ। ਧੰਨ ਗੁਰੂ ਨਾਨਕ ਦੇਵ ਜੀ ਪਾਂਧੇ ਨੂੰ ਗਿਆਨ ਦਿੰਦੇ ਹੋਏ ਕਹਿੰਦੇ, ਜੇ ਮੈਨੂੰ ਪੜ੍ਹਾਉਣਾ ਤੇ ਆ ਪੜ੍ਹਾਓ। ਕੀ? ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਮੈਨੂੰ ਪ੍ਰੇਮ ਪੜ੍ਹਾਓ ਔਰ ਮੇਰੇ ਇੱਕ ਪੱਟੀ ਦੇ ਉੱਤੇ ਲਿਖੋ ਗੁਰੂ ਦੀ ਵਿਚਾਰ, ਪਰਮੇਸ਼ਰ ਦਾ ਨਾਮ ਲਿਖ ਦਿਓ। ਇਸ ਤਰ੍ਹਾਂ ਸੁਰਤ ਨੂੰ ਕਾਗਜ਼ ਬਣਾ ਕੇ ਮਨ ਦੇ ਹੱਥ ਵਿੱਚ ਕਲਮ ਦੇ ਕੇ ਮੈਨੂੰ ਇਹ ਪੜ੍ਹਾਉਣਾ ਕਰੋ, ਮੈਂ ਨਹੀਂ ਇਹ ਪੜ੍ਹਨਾ ਜਿਹੜਾ ਤੁਸੀਂ ਪੜ੍ਹਾਉਣੇ ਹੋ। ਮਾਸਟਰ ਹੈਰਾਨ ਹੋ ਗਿਆ ਵੀ ਕਿਸੇ ਬੱਚੇ ਨੇ ਅੱਜ ਤੱਕ ਐਸਾ ਨਹੀਂ ਬੋਲਿਆ ਵੀ ਮੈਂ ਇਹ ਨਹੀਂ ਪੜ੍ਹਨਾ, ਮੈਨੂੰ ਆਹ ਪੜ੍ਹਾ। ਬੱਚਿਆਂ ਨੂੰ ਜੋ ਪੜ੍ਹਾ ਦਿਓ ਪੜ੍ਹੀ ਜਾਂਦੇ ਆ। ਪਰ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਪਾਂਧਾ ਜੀ ਜੇ ਪੜ੍ਹਾਉਣਾ ਹੀ ਹੈ ਤਾਂ ਮੈਨੂੰ ਪਰਮੇਸ਼ਰ ਦਾ ਨਾਮ ਪੜ੍ਹਾਉਣਾ ਕਰੋ। ਜਿਸ ਤਰ੍ਹਾਂ ਸਿਆਹੀ ਨੂੰ ਕੋਈ ਲੱਕੜ ਮਚਾ ਕੇ ਸਿਆਹੀ ਤਿਆਰ ਹੁੰਦੀ ਆ, ਉਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਮਾੜੇ ਕਰਮਾਂ ਨੂੰ ਮਚਾ ਕੇ ਸਿਆਹੀ ਬਣਾਓ ਔਰ ਸੁਰਤ ਦਾ ਕਾਗਜ਼ ਬਣਾਓ ਤੇ ਇਹਦੇ ਉੱਤੇ ਪਰਮੇਸ਼ਰ ਦਾ ਨਾਮ ਲਿਖੋ। ਪਰ ਦੁਨੀਆ ਨੇ ਲਿਖਿਆ ਕਿ ਜਿਹੜਾ ਆਪਾਂ ਲੜੀਵਾਰ ਸ਼ਬਦ ਪੜ੍ਹ ਰਹੇ ਸੀ, ਉਧਰ ਆਈਏ। ਲਿਖਦਿਆਂ ਕਾਗਜ਼ ਮਸ ਖੋਈ। ਹੁਣ ਸਾਡਾ ਲਿਖਦਿਆਂ ਸਵਾਸ ਵੀ ਖਤਮ ਹੋ ਗਏ, ਸਿਆਹੀ ਵੀ ਖਤਮ ਹੋ ਗਈ। ਪਰ ਅਸੀਂ ਆਪਣੀ ਸੁਰਤ ਦੀ ਫੱਟੀ ਤੇ ਸੁਰਤ ਦੇ ਕਾਗਜ਼ ਦੇ ਉੱਤੇ ਲਿਖਿਆ ਕਿ ਵਿਕਾਰ, ਆਤਮ ਗਿਆਨ ਤੋਂ ਬਿਨਾਂ ਦੂਜੇ ਭਾਏ ਦੀਆਂ ਗੱਲਾਂ ਲਿਖੀਆਂ। ਦੂਜੇ ਭਾਏ ਸੁਖ ਪਾਏ ਨਾ ਕੋਈ, ਜੋ ਅਸੀਂ ਲਿਖਿਆ ਆਪਣੀ ਜ਼ਿੰਦਗੀ ਦੀ ਫੱਟੀ ਤੇ, ਜ਼ਿੰਦਗੀ ਦੀ ਕਿਤਾਬ ਤੇ ਅਸੀਂ ਜੋ ਲਿਖਿਆ ਸੰਸਾਰ ਦਾ ਸਮਾਨ ਹੀ ਲਿਖਦੇ ਰਹੇ ਤੇ ਲਿਖਦਿਆਂ ਅਖੀਰ ਸਵਾਸਾਂ ਦੀ ਸਿਆਹੀ ਖਤਮ ਹੋ ਗਈ ਔਰ ਨਾਲ ਹੀ ਜਿਹੜਾ ਹੈ ਮਨੁੱਖਾ ਜੀਵਨ ਖਤਮ ਹੋ ਗਿਆ, ਫੱਟੀ ਖਤਮ ਹੋ ਗਈ। ਕੀ ਲਿਖ ਕੇ ਲੈ ਗਏ ਅਸੀਂ ਨਾਲ? ਕੂੜ ਲਿਖੈ ਤੇ ਕੂੜ ਕਮਾਵੈ, ਝੂਠ ਹੀ ਲਿਖਿਆ ਜ਼ਿੰਦਗੀ ਭਰ। ਜ਼ਿੰਦਗੀ ਭਰ ਜੀਵਨ ਦੇ ਵਿੱਚ ਅਸੀਂ ਝੂਠ ਹੀ ਲਿਖਦੇ ਰਹੇ ਤੇ ਫਿਰ ਉੱਥੇ ਬੀਜਣਾ ਕਹਿਤਾ, ਜਿਹਾ ਬੀਜਿਆ ਸੋ ਲੁਣਾ। ਇੱਥੇ ਲਿਖਤਾ ਲਿਖਿਆ ਜੋ ਉਹ ਹੀ ਕਮਾਵੇਗਾ। ਭਾਵ ਜੋ ਸਾਡੇ ਦਿਮਾਗ ਵਿੱਚ ਚੱਲਦਾ, ਅਸੀਂ ਕਈ ਵਾਰੀ ਹੱਥਾਂ ਨਾਲ ਵੀ ਉਹੀ ਕੁਛ ਕਰਦੇ ਹਾਂ। ਜੇ ਗੁਰਮਤ ਹੋਵੇ ਤੇ ਦਿਮਾਗ ਵਿੱਚ ਪੁੱਠੇ ਸਿੱਧੇ ਸ਼ਬਦਾਂ ਨੂੰ ਅਸੀਂ ਡਿਲੀਟ ਕਰ ਦਿੰਦੇ ਹਾਂ, ਜਿਵੇਂ ਕੋਈ ਮਾੜੀ ਚੀਜ਼ ਮੋਬਾਈਲ 'ਚੋਂ ਡਿਲੀਟ ਕਰ ਦਈਏ। ਉਸੇ ਤਰ੍ਹਾਂ ਹੀ ਜਦੋਂ ਮਾੜੀ ਸੋਚ ਆਉਂਦੀ ਆ, ਅਗਰ ਸਾਡੇ ਕੋਲ ਗੁਰਮਤ ਹੋਵੇ ਤੇ ਅਸੀਂ ਉਹਨੂੰ ਕੱਟ ਦਿੰਦੇ ਹਾਂ ਵੀ ਨਹੀਂ, ਗਲਤ ਹੈ ਇਹ, ਕਿਉਂਕਿ ਸਾਡੀ ਜ਼ਮੀਰ ਦੀ ਆਵਾਜ਼ ਸਾਨੂੰ ਸੁਣਾਈ ਦੇ ਰਹੀ ਹੈ। ਜਿਨ੍ਹਾਂ ਨੇ ਗੁਰਮਤ ਨਹੀਂ ਲਈ ਉਹਨਾਂ ਨੂੰ ਆਪਣੀ ਆਤਮਾ ਦੀ ਆਵਾਜ਼ ਨਹੀਂ ਸੁਣਦੀ, ਜ਼ਮੀਰ ਦੀ ਆਵਾਜ਼ ਨਹੀਂ ਸੁਣਦੀ। ਉਹ ਸੰਸਾਰ ਦੇ ਵਿੱਚ ਵਿਚਰਦੇ ਹੋਏ ਆਪਣੇ ਜੀਵਨ ਦੀ ਫੱਟੀ ਤੇ ਕੂੜ, ਝੂਠ, ਵਿਕਾਰ, ਵਿਸ਼ੇ ਵਿਕਾਰ, ਪੁੱਠਾ ਸਿੱਧਾ ਪਤਾ ਨਹੀਂ ਕੀ ਕੁਝ ਲਿਖ ਕੇ ਇਹਨੂੰ ਭਰਤਾ, ਕਾਲੀ ਕਰਤਾ।
जन्म जन्म की इस मन को मल लागी काला होआ स्याह। इदां भी लिखिया बाणी च कि जन्मां जन्मांतरां तो लिखदियां असीं ये काला करता, जिवें कोई कपड़ा आपां पहन लीए। असीं रोजाना बदलदे हां, थोड़ा जिहा मैला हो जाता है, हत्थ ने धोता जाता, पर जे किते लगातार महीना 2 महीने पाई रखीए तो कितना गंदा हो जाऊगा, अखीर मचाउण वाला ही रह जाऊगा, कोई धोता नहीं जाना। इस तरह ही पातशाह एक बचन करते हैं, कोल्हू की उदाहरण दिंदे हुए, जिहड़ा तेल कढ़दा सरों का कोल्हू वाला, वो कोल्हू के दोनों डंडियां दे दोनों सिरियां दे उत्ते 2 लीरां बन्नदा, ताकि जिहड़ा तेल है सरों का वो बाहर ना जाए भांडे तो। उत्ते वो लीरां हौली हौली तेल नाल गच हो जांदियां, इन्नियां गच हो जांदियां कि उन्हां नूं तड़के धूणी भी साड़ ही दिंदा, वो फिर नवीआं लैंदा। इस तरह साडी मत इन्नी गंदी हो चुकी है। गुरु कोले आए तो गुरु कहते मचा परे इनू, दुनिया क्या वडियाइयां अग्नि में पागो। ये जिहड़ी तू पुट्ठी मत चक्की फिरदा ना, ये अग विच पा दे। जो मिले प्यारा अपना ते बोल करागो। वो कोल्हू की उदाहरण की है, जन्म जन्म की इस मन को मल लागी काला होआ स्याहो खनली धोती। खनली वो लीर का नाम है जिहड़ी कोल्हू दे बन्नी है। खनली धोती उजली ना हो गई, हुण वो धोकियां साफ नहीं हुंदी, इस करके उल्टी होवे बदल लो। मत बदला हो, जिवें वो लीर बदल लैंदा, तू अपनी मत बदल लै, मन मत छड्ड दे, गुरु तो गुरमत ले जा। गुरु की करदा, मनुख ने की किया पहला वेखीए। लिखदियां कागद मस खोई, जिंदगी भर विकार ही लिखदा रहा। सवासां की शाही भी मुक गई और जिंदगी भी मुक गई। हुण लिख नहीं सकता। मौत तो बाद कौन बोलता, कौन सोचता, कौन लिखता? भाव मौत तक। दूजे भाए सुख पाए ना कोई, ते लिखता की है दवैत दा। दूई दवैत दा, विषे विकारां दा, ईरखा निंदिया चुगली साड़ा, मैं आ कर दूँ, मैं जो कर दूँ, हंकार दियाँ गल्लां, विषे विकारां दियां गल्लां, काम क्रोध दियां गल्लां, अपनी सुरत रूपी फट्टी ते लिखदा तुरिया जा रहा है। भर दिती है, काली करती है। प्रीतम जी कहते कूड़ लिखै ते कूड़ कमावै, जल जावै कूड़ चित लावणिया। ये झूठ नाल जुड़ के कोई सुखी नहीं हो सकता, दुखी ही होवेगा। जलना हुंदा, ईरखा भी सड़ना भी जलना, ते अग दे भी सड़ना भी सड़ना। तो ओहो जे बंदे जिहड़े हन झूठ दे विच ही सड़ी जांदे आ, जली जांदे आ। जिहड़े झूठ नाल चित्त लाउंदे आ, वो दुखी हुंदे आ। एक झूठ बोल के उन्होंने लुकाउण वास्ते कितना जोर लाउणा पैंदा। किते परिवार दे किसी मैंबर नाल झूठ बोल दिओ किसी विषय ते तुसी कोशिश करियो कि मेरा झूठ प्रगट ना होवे, ते उहनूं बंद रखण वास्ते तुहानूं कितना जोर लाउणा पैंदा। फिर सोचोगे भी जे किते मेरा झूठ खुल गया, प्रगट हो गया, तो घरे जिहड़ा है भुचाल आ जाना, लड़ाई हो जानी है, रौला पै जाना। क्योंकि झूठ जिहड़ा है वो इस तरह ही साड़दा चिंता विच। तां ते पातशाह जी कहते झूठ बोलण की लोड़ ही नहीं, सच ते चलो। ना सच नूं छुपाउण दी लोड़ है, ते ना सच तो डरन दी लोड़ है। मेरे प्रीतम जी कहते कूड़ लिखै ते कूड़ कमावै, जल जावै कूड़ चित लावणिया। इसी मनमुखां दी गल अगे गुरमुखां दी गल शुरू करती। गुरमुख सचो सच लिखै विचार। गुरमुख अपनी मत विच परमेश्वर का नाम लिखते हैं, जां जीवन दे विच सच लिखते हैं, सच्ची सुच्ची किरत करते हैं, सच ते चलते हैं। से जन सच्चे पावै मोख द्वार। उन्होंने कोई खतरा ही नहीं गा, वो जिउंदे ही मुक्त आ। मरण तो बाद की मुक्ति की गल तो बाद च करांगे। जिन्हों ने सच दे पहरा दिता, सच ते चलना किया, सच बोले, सच का साथ दिता, वो इत्थे जिउंदे ही बंधना तो मुक्त है। उन्होंने कोई खतरा ही नहीं, कोई फिक्र ही नहीं। इस करके गुरमुख जिहड़े वो सच ते चलते हैं, सच लिखते हैं, जीवन दे भी सच धारण करते हैं। से जन सच्चे पावै मोख द्वार। वो सच नाल चल के सच विच मिल जाते हैं ते मुक्त हो जाते हैं। सच कागद कलम सवाणी।
ਉਹ ਆਪਣੇ ਜ਼ਿੰਦਗੀ ਦੇ ਕਾਗਜ਼ 'ਤੇ ਸੁਰਤ ਦੀ ਫੱਟੀ 'ਤੇ ਸੱਚ ਲਿਖਦੇ ਨੇ। ਉਹਨਾਂ ਦੀ ਕਲਮ ਵੀ ਸੱਚੀ ਹੈ, ਉਹਨਾਂ ਦੀ ਸਿਆਹੀ ਵੀ ਸੱਚੀ ਹੈ। ਸੱਚ ਲਿਖ ਸੱਚ ਸਮਾਵਣਿਆ, ਉਹ ਆਪਣੀ ਸੁਰਤੀ ਵੀ ਸੱਚ ਲਿਖਦੇ ਹੈ। ਸੱਚ ਲਿਖਦੇ ਲਿਖਦੇ ਜਦੋਂ ਸਰੀਰ ਛੱਡਦੇ ਆ, ਅਖੀਰ ਉਹ ਰੂਹਾਂ ਜਿਹੜੀਆਂ ਸੱਚ ਵਿੱਚ ਸਮਾ ਜਾਂਦੀਆਂ, ਉਹਦੇ ਵਿੱਚ ਮਿਲ ਜਾਂਦੀਆਂ। ਸਿੱਖੋ ਆਖਰੀ ਪੰਕਤੀ ਆ, ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਮੇਰਾ ਮਾਲਕ ਸਭ ਦੇ ਅੰਦਰ ਬੈਠ ਕੇ ਸਭ ਨੂੰ ਦੇਖ ਰਿਹਾ ਕੀ ਲਿਖਦਾ। ਭਾਵ ਤੁਸੀਂ ਕਹੋਗੇ ਉਹਨੂੰ ਕੋਈ ਅੰਦਰ ਪੈਨ ਚੱਲਦਾ, ਕਲਮ ਚੱਲਦੀ ਆ? ਨਹੀਂ, ਤੁਹਾਡੀ ਸੁਰਤੀ ਵਿੱਚ ਜਿਹੜੇ ਫੁਰਨੇ ਬਣ ਰਹੇ ਆ, ਲਿਖੇ ਜਾ ਰਹੇ ਨੇ। ਜਿਸ ਤਰ੍ਹਾਂ ਪੁਰਾਣੇ ਸਮਿਆਂ ਤੋਂ ਇੱਕ ਸ਼ਬਦ ਚੱਲਦਾ ਆ ਰਿਹਾ ਹੈ ਬਈ ਚਿੱਤਰ ਗੁਪਤ ਜਿਹੜੇ ਆ ਬੰਦੇ ਦਾ ਲੇਖਾ ਜੋਖਾ ਵੇਖਦੇ ਆ। ਅੱਜ ਸ਼ਬਦ ਆਈ ਵੀ ਉਹ ਚਿੱਤਰ ਗੁਪਤ ਹੈ ਕਿ ਉਹ ਦੋ ਬੰਦੇ ਨਹੀਂ ਹੈਗੇ, ਦੋ ਬੰਦੇ ਨਹੀਂ, ਉਹ ਇੱਕੋ ਹੀ ਹੈ CCTV ਕੈਮਰਾ। ਕਹੋ ਸਤਨਾਮ ਸੀ। ਭਾਵ ਤੁਸੀਂ ਜੋ ਅੰਦਰ ਕਰ ਰਹੇ ਹੋ ਨਾ, ਉਹ ਗੁਪਤੋ ਗੁਪਤੀ ਅੰਦਰ ਫੋਟੋ ਬਣਦੀ ਜਾ ਰਹੀ ਹੈ, ਵੀਡੀਓ ਬਣਦੀ ਜਾ ਰਹੀ ਹੈ। ਕਿਸੇ ਚੋਰ ਨੂੰ, ਕਿਸੇ ਠੱਗ ਨੂੰ ਮਨਾਉਣ ਵਾਸਤੇ ਅੱਜ ਬਾਲਾ ਜੋੜ ਨਹੀਂ ਲਾਉਣਾ ਪੈਂਦਾ। ਜਦੋਂ ਫੜਿਆ ਜਾਵੇ ਮੂਹਰੇ CCTV ਦੀ ਵੀਡੀਓ ਕਰ ਦਿਓ ਵੀ ਆ ਤੂੰ ਹੀ ਆ ਨਾ, ਕਹਿੰਦਾ ਜੀ ਹਾਂ ਤਾਂ ਮੈਂ ਹੀ। ਕਹੋ ਇਹ ਕੀ ਕਰ ਰਿਹਾ ਤੂੰ? ਬਸ ਫਿਰ ਮਨਾਉਣ ਦੀ ਲੋੜ ਨਹੀਂ, ਮੰਨ ਗਿਆ। ਇਸੇ ਤਰ੍ਹਾਂ ਪਰਮੇਸ਼ਰ ਨੇ ਐਸੀ ਫਿਟਿੰਗ ਕੀਤੀ ਆ ਮਨੁੱਖ ਦੇ ਅੰਦਰ ਕਿ ਜੋ ਵੀ ਇਹ ਕਰਮ ਕਰਦਾ, ਚੰਗਾ ਜਾਂ ਮਾੜਾ, ਉਹਦੀ ਵੀਡੀਓ ਬਣਦੀ ਜਾ ਰਹੀ ਹੈ। ਚਿੱਤਰ ਗੁਪਤ, ਗੁਪਤੋ ਗੁਪਤੀ ਚਿੱਤਰ ਬਣਦਾ ਜਾ ਰਿਹਾ। ਜਿਵੇਂ ਆਪਾਂ ਇੱਥੇ ਬੈਠੇ ਹਾਂ, ਆਪਾਂ ਨੂੰ ਤਾਂ ਪਤਾ ਵੀ ਚਲੋ ਕੈਮਰੇ ਲੱਗੇ ਆ ਸਾਰੇ ਪਾਸੇ, ਪਰ ਅਣਜਾਣ ਬੰਦਾ ਕੋਈ ਆ ਕੇ ਇੱਥੇ ਗਲਤੀ ਕਰੇ, ਕੋਈ ਨੁਕਸਾਨ ਕਰੇ, ਕੋਈ ਭੰਨ ਤੋੜ ਕਰੇ, ਉਹ ਸੋਚੇ ਮੇਰਾ ਕਿਸੇ ਨੂੰ ਪਤਾ ਨਹੀਂ ਲੱਗਦਾ। ਅਤੇ ਉੱਥੇ ਉਹ ਕੈਮਰਾ ਜਿਹੜਾ ਹੈ ਫੋਟੋਆਂ ਬਣਾਈ ਜਾਂਦਾ, ਵੀਡੀਓ ਵੀ ਆ ਦੇਖ ਲਾ ਤੂੰ ਹੀ ਕੀਤਾ ਨਾ ਅੰਦਰ ਆ ਕੇ। ਬਸ ਪਰਮੇਸ਼ਰ ਵੀ ਇੱਦਾਂ ਹੀ ਕਰਦਾ ਹੈ। ਉਹ ਬਾਹਲਾ ਨਹੀਂ ਮਨਾਉਣ ਦੀ ਕੋਸ਼ਿਸ਼ ਕਰਦਾ, ਉਹ ਸਾਹਮਣੇ ਵੀਡੀਓ ਖੋਲ੍ਹ ਕੇ ਧਰਦਾ ਜ਼ਿੰਦਗੀ ਦੀ, ਜੋ ਇਹਨੇ ਜ਼ਿੰਦਗੀ ਵਿੱਚ ਕੀਤਾ ਹੈ। ਝੂਠ ਲਿਖਣ ਵਾਲਿਆਂ ਦੇ ਸਾਹਮਣੇ ਉਹਦੀ ਵੀਡੀਓ ਧਰਤੀ ਵੀ ਆ ਤੂੰ ਕੀਤਾ, ਆ ਜਾ ਤੈਨੂੰ ਆ ਸਜ਼ਾ ਹੈ। ਅਤੇ ਗੁਰਮੁਖਾਂ ਨੇ ਸੱਚੋ ਸੱਚ ਲਿਖਿਆ ਹੈ, ਉਹ ਸੱਚ ਨਾਲ ਜੁੜੇ ਹੋਏ ਸੱਚ ਵਿੱਚ ਸਮਾ ਗਏ। ਸੱਚੋ ਸੱਚ ਸਮਾਵਣਿਆ, ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਉਹ ਮਾਲਕ ਸਭ ਦੇ ਅੰਦਰ ਬੈਠਾ ਸਭ ਨੂੰ ਦੇਖ ਰਿਹਾ ਹੈ। ਗੁਪਤੋ ਗੁਪਤੀ ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਅਤੇ ਉੱਥੇ ਪ੍ਰਵਾਨ ਕਿਹੜੇ ਹੋਏ? ਗੱਲ ਚੱਲੀ ਸੀ ਪ੍ਰਵਾਨ ਤੋਂ। ਇਹ ਸ਼ਬਦ ਸ਼ੁਰੂ ਕੀਤਾ ਸੀ ਪਾਤਸ਼ਾਹ ਜੀ ਨੇ, ਤੇਰੇ ਭਗਤ ਸੋ ਹੈ ਸਾਚੈ ਦਰਬਾਰੇ, ਤੇਰੇ ਪਿਆਰੇ ਤੇਰੇ ਦਰ 'ਤੇ ਸ਼ੋਭਦੇ ਆ। ਕਿਹੜੇ? ਜਿਨ੍ਹਾਂ ਨੇ ਗੁਰ ਕੈ ਸ਼ਬਦ, ਨਾਮ ਗੁਰੂ ਦਾ ਸ਼ਬਦ ਲੈ ਕੇ, ਗੁਰੂ ਦਾ ਮੰਤਰ ਲੈ ਕੇ, ਭਾਵ ਗੁਰੂ ਦੀ ਸਿੱਖਿਆ ਲੈ ਕੇ ਸਵਾਰੇ, ਆਪਣੇ ਆਪ ਨੂੰ ਸੁਧਾਰ ਲਿਆ। ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ। ਉਹ ਗੁਰੂ ਦੀ ਕਿਰਪਾ ਲੈ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹੈ। ਗਾਉਣ ਦਾ ਮਤਲਬ ਕੇਵਲ ਮੂੰਹ ਨਾਲ ਗਾਉਣਾ ਨਹੀਂ, ਇੱਥੇ ਗਾਉਣ ਦਾ ਮਤਲਬ ਹੈ ਜ਼ਿੰਦਗੀ ਵਿੱਚ ਧਾਰਨ ਕਰ ਲਿਆ, ਉਹੇ ਜੇ ਬਣ ਗਏ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਗੁਣ ਕੈ ਗੁਣੀ ਸਮਾਵਣਿਆ, ਇੱਥੋਂ ਗੱਲ ਚੱਲੀ ਸੀ ਅਤੇ ਅਖੀਰ 'ਤੇ ਉੱਥੇ ਤੋੜਾ ਭੰਨਦੇ ਆ ਮੇਰੇ ਪ੍ਰੀਤਮ ਜੀ, ਉੱਥੇ ਸਮਾਪਤੀ ਕਰਦੇ ਆ ਆਖਰੀ ਪਦੇ ਵਿੱਚ, ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਜਿਹੜੇ ਗੁਰੂ ਦੀ ਕਿਰਪਾ ਲੈ ਕੇ ਚੱਲ ਪੈਂਦੇ ਆ, ਉਹ ਲੇਖੇ ਵਿੱਚ ਪੈ ਜਾਂਦੇ ਆ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਉਹਨਾਂ ਨੂੰ ਗੁਰੂ ਦੇ ਕੋਲੋਂ ਪਰਮੇਸ਼ਰ ਦੇ ਨਾਮ ਦੀ ਵਡਿਆਈ ਮਿਲਦੀ ਆ, ਅਤੇ ਵਡਿਆਈ ਕਰਦੇ ਕਰਦੇ ਉਹਦੇ ਵਿੱਚ ਸਮਾ ਜਾਂਦੇ। ਐਸੀ ਪਵਿੱਤਰ ਸ਼ਬਦ ਦੀ ਵਿਚਾਰ। ਅੱਜ ਦਾ ਦਿਹਾੜਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਣ ਦਾ ਦਿਨ ਹੈ। ਪਿਛਲੇ ਦਿਨੀ ਆਪਾਂ ਸਰਵਣ ਕੀਤਾ ਸੀ, ਗੁਰਤਾ ਗੱਦੀ ਦਿੱਤੀ, ਅਤੇ ਗੁਰਤਾ ਗੱਦੀ ਦੇਣ ਤੋਂ ਬਾਅਦ ਪਾਤਸ਼ਾਹ ਜੀ ਨੇ ਇੱਕ ਐਸਾ ਕੌਤਕ ਕੀਤਾ। ਸਤਿਗੁਰਾਂ ਦੇ ਕੋਲ ਦੋ ਪਠਾਣਾਂ ਦੇ ਬੱਚੇ ਆਉਂਦੇ ਸੀ, ਉਹਨਾਂ ਨੂੰ ਖੰਜਰ ਦੇ ਦਿੱਤੇ। ਪਹਿਲਾਂ ਤਾਂ ਉਹਨਾਂ ਨੂੰ ਕਈ ਦਿਨ ਇਹ ਕਹਿੰਦੇ ਰਹੇ ਬਈ ਉਹ ਵੀ ਕੀ ਪਿਓ ਦਾ ਪੁੱਤ ਹੈ ਜਿਹੜਾ ਆਪਣੇ ਦਾਦੇ ਪੜਦਾਦਿਆਂ ਦਾ ਬਦਲਾ ਨਾ ਲਵੇ। ਉਹਨਾਂ ਦੇ ਦਾਦੇ ਨੂੰ ਹਰਗੋਬਿੰਦ ਸਾਹਿਬ ਨੇ ਮਾਰਿਆ ਸੀ। ਕਹੋ ਸਤਨਾਮ ਸ੍ਰੀ। ਉਹਨਾਂ ਬੱਚਿਆਂ ਨੂੰ ਪਾਤਸ਼ਾਹ ਜੀ ਨੇ ਜਦ ਆਉਣਾ, ਉਹਨਾਂ ਕਹਿੰਦੇ ਬੱਚਿਆਂ ਨੇ ਦੋਨਾਂ ਨੇ, ਅਤੇ ਨਾਲ ਤਾਂ ਪਾਤਸ਼ਾਹ ਨੇ ਉਹਨਾਂ ਨਾਲ ਸਾਰ ਪਾਸਾ ਖੇਡਣਾ, ਅਤੇ ਨਾਲੇ ਜਾਂਦਿਆਂ ਨੂੰ
ਰੁਪਈਆ 2 ਰੁਪਈਏ ਦੇ ਦੇਣੇ, ਨਾਲੇ ਕਹਿ ਦੇਣਾ ਉਹ ਕਾਹੜਾ ਪਿਓ ਦਾ ਪੁੱਤ ਹੈ ਜਿਹੜਾ ਬਦਲਾ ਨਾ ਲਵੇ ਆਪਣੇ ਪਿਓ ਦਾਦੇ ਦਾ। ਉਹਨਾਂ ਬੱਚਿਆਂ ਨੇ ਘਰੇ ਜਾ ਕੇ ਕਹਿਣਾ, ਮਾਂ ਨੂੰ ਪਤਾ ਸੀਗਾ ਵੀ ਜਿਹੜਾ ਸਾਡਾ ਬਜ਼ੁਰਗ ਸੀ ਇਹਨਾਂ ਦੇ ਦਾਦੇ ਨੇ ਮਾਰਿਆ ਹਰਗੋਬਿੰਦ ਸਾਹਿਬ ਨੇ। ਉਹਨੀ ਮਾਂ ਨੇ ਕਹਿਣਾ, ਪੁੱਤ ਛੱਡੋ ਖਹਿੜਾ, ਆਪਾਂ ਕੀ ਲੈਣਾ ਇਹਨਾਂ ਗੱਲਾਂ ਤੋਂ। ਪਰ ਅਖੀਰ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗ ਗਿਆ, ਅਤੇ ਪਤਾ ਲੱਗਣ ਤੋਂ ਬਾਅਦ ਇੱਕ ਦਿਨ ਪਾਤਸ਼ਾਹ ਨੂੰ ਕਹਿਣ ਲੱਗੇ, ਸਾਡੇ ਕੋਲੇ ਹਥਿਆਰ ਹੈ ਨਹੀਂ, ਬਦਲਾ ਤਾਂ ਲੈ ਲਈਏ। ਕਹਿੰਦੇ ਅੱਛਾ। ਅਤੇ ਪਾਤਸ਼ਾਹ ਦੇ ਕੋਲ 2 ਖੰਜਰ ਪਏ ਸੀ, ਅਤੇ ਉਹ ਖੰਜਰ ਉਹਨਾਂ ਦੇ ਤੇ ਕਹਿੰਦੇ ਆ ਲਓ। ਅਤੇ ਇੱਕ ਦਿਨ ਕਹਿੰਦੇ ਸਮਾਂ ਵਿਚਾਰ ਕੇ, ਦੁਪਹਿਰ ਦਾ ਸਮਾਂ, ਪਾਤਸ਼ਾਹ ਆਰਾਮ ਕਰ ਰਹੇ ਨੇ, ਅਤੇ ਇਹ ਵੀ ਆਏ ਖੰਜਰ ਲੈ ਕੇ, ਅਤੇ ਇੱਕ ਨੇ ਖੰਜਰ ਮਾਰਿਆ ਕਹਿੰਦੇ ਪਾਤਸ਼ਾਹ ਜੀ ਦੇ ਇਸ ਪਾਸੇ ਵੱਖੀ ਦੇ ਵਿੱਚ, ਅਤੇ ਪਾਤਸ਼ਾਹ ਦੇ ਕੋਲ ਸ੍ਰੀ ਸਾਹਿਬ ਪਈ ਸੀ ਨੰਗੀ, ਅਤੇ ਘਮਾਈ ਅਤੇ ਭੱਜਣ ਲੱਗੇ ਨੂੰ ਉਹਨੂੰ ਵੜ ਦਿੱਤਾ। ਦੂਜਾ ਭੱਜਣ ਲੱਗਿਆ ਅਤੇ ਦੂਜੇ ਨੂੰ ਸਿੰਘਾਂ ਨੇ ਮਾਰ ਦਿੱਤਾ। ਪਾਤਸ਼ਾਹ ਜੀ ਦੇ ਫਟਾਫਟ ਜਿਹੜਾ ਸੀਗਾ ਉਹ ਜ਼ਖਮ ਦੇ ਉੱਤੇ ਇੰਤਜ਼ਾਮ ਕੀਤਾ ਗਿਆ। ਬਹਾਦਰ ਸ਼ਾਹ ਬਾਦਸ਼ਾਹ ਨੇ ਜਰਾਹ ਭੇਜਤਾ ਜ਼ਖਮਾਂ ਨੂੰ ਸਿਉਣ ਵਾਲਾ। ਉਹ ਜਰਾਹ ਨੇ ਆ ਕੇ ਜ਼ਖਮ ਸਿਉਂ ਦਿੱਤਾ, ਤੋਪੇ ਲਾ ਦਿੱਤੇ। ਕਈ ਦਿਨ ਬਤੀਤ ਹੋਏ। ਪਾਤਸ਼ਾਹ ਦੀਵਾਨ ਸਜਾਉਂਦੇ ਆ, ਮੂਹਰੇ ਕਮਾਨ ਪਿਆ 9 ਟੰਕ ਦਾ, ਐਡੀ ਮੋਟੀ ਫੱਟੀ ਵਾਲਾ। ਆਮ ਬੰਦਾ ਵੇਖ ਕੇ ਤਾਂ ਇਹ ਕਹੇ ਵੀ ਯਾਰ ਇਹਨੂੰ ਖਿੱਚੂ ਕਿਹੜਾ। ਅਤੇ ਵਾਕਿਆ ਹੀ ਬਹਾਦਰ ਸ਼ਾਹ ਇੱਕ ਦਿਨ ਉਹਦੇ ਬੰਦੇ ਆਏ ਮਿਲਣ ਵਾਸਤੇ, ਅਤੇ ਉਹ ਵੇਖ ਕੇ ਨਾ ਕਮਾਨ ਮੋਟਾ ਜਿਹਾ, ਜਿਸ ਨੂੰ ਚਲਾਉਣ 'ਤੇ ਇੰਨਾ ਜ਼ੋਰ ਲੱਗਦਾ ਜਿੰਨਾ ਜ਼ੋਰ 2.5 ਕੁਆਂਟਲ ਵਜਨ ਚੱਕਣ 'ਤੇ ਲੱਗਦਾ। ਕਹੋ ਸਤਨਾਮ ਸ੍ਰੀ। 2.5 ਕੁਆਂਟਲ ਦਾ ਵਜਨ ਕੋਈ ਇੱਕ ਬੰਦਾ ਇਕੱਲਾ ਚੱਕੇ ਤੇ ਕਿੰਨਾ ਜ਼ੋਰ ਲੱਗੂ। ਇੰਨਾ ਜ਼ੋਰ ਉਹ ਕਮਾਨ ਖਿੱਚਣ 'ਤੇ ਲੱਗਦਾ ਸੀ, ਉਹਨੂੰ ਕੇਵਲ ਗੁਰੂ ਸਾਹਿਬ ਹੀ ਖਿੱਚ ਸਕਦੇ ਸੀ। ਕਹੋ ਸਤਨਾਮ ਸ੍ਰੀ। ਇੰਨੀ ਫੱਟੀ ਉਹ ਮੁੜਦੀ ਨਹੀਂ ਸੀ ਤੰਦੀ ਖਿੱਚ ਕੇ ਜਲਦੀ ਕਿਸੇ ਤੋਂ। ਅਤੇ ਉਹਨਾਂ ਦੇ ਵਿੱਚੋਂ ਕੋਈ ਇੱਕ ਸਿਪਾਹੀ, ਕੋਈ ਹੋਰ ਜਰਨੈਲ ਕੋਈ ਕਹਿਣ ਲੱਗਿਆ, ਯਾਰ ਆਹ ਤਾਂ ਦਰਸ਼ਨੀ ਲੱਗਦਾ, ਇਹਨੂੰ ਕੌਣ ਚਲਾਉਂਦਾ ਹੋਊਗਾ। ਜਿਵੇਂ ਉਹ ਜੋੜਿਆਂ ਦੇ ਦੁਕਾਨਾਂ ਵੱਡੇ ਵੱਡੇ ਜੋੜੇ ਟੰਗੇ ਪਏ ਹੁੰਦੇ ਆ 2-2 ਫੁੱਟ ਦੇ। ਇਹ ਪਾਤਸ਼ਾਹ ਨੂੰ ਗੱਲ ਸੁਣ ਗਈ, ਕਹਿੰਦੇ ਅਸੀਂ ਚਲਾਉਣੇ ਆ। ਕਹਿੰਦੇ ਚੱਲਦਾ ਇਹ? ਕਹਿੰਦੇ ਹਾਂ ਚੱਲਣ ਨੂੰ ਕੀ ਹੋਇਆ, ਲਿਆ ਚਲਾ ਕੇ ਵਿਖਾ ਦਿੰਦੇ ਆ। ਕਹਿੰਦੇ ਪਾਤਸ਼ਾਹ ਜੀ ਨੇ 2 ਤੀਰ ਲਏ ਅਤੇ ਕਮਾਨ ਚੱਕ ਕੇ, 2 ਕਮਾਨ ਪਏ ਸੀ, ਦੋਨੇ ਕਮਾਨ ਨਾਲ ਤੰਦੀਆਂ ਜੋੜ ਲਈਆਂ, ਹੇਠ ਉੱਤੇ ਫੜ ਲਏ, ਅਤੇ ਤੀਰ ਪਾ ਕੇ ਪਾਤਸ਼ਾਹ ਨੇ ਖਿੱਚਿਆ। ਤੜ ਤੜ ਕਰਕੇ ਫੱਟੀ ਵਿੰਗੀ ਹੋਈ, ਬਾਂਸ ਦਾ ਖੜਕਾ ਆਇਆ ਉਸ ਕਮਾਨ ਦੇ ਬਾਂਸ ਦਾ, ਕਾੜ ਕਾੜ ਕੀਤੀ। ਪਰ ਜਦੋਂ ਖਿੱਚ ਕੇ ਛੱਡਿਆ, ਤੀਰ ਤਾਂ ਆਕਾਸ਼ਾਂ ਨੂੰ ਚੜ੍ਹ ਗਿਆ, ਅਤੇ ਪਰ ਐਂ ਖਿੱਚਦਿਆਂ ਖਿੱਚਦਿਆਂ ਬੱਖੀ ਦੇ ਜ਼ਖਮ ਫਿਰ ਪੱਟੇ ਗਏ। ਕਹੋ ਸਤਨਾਮ ਸੀ। ਜੋ ਖੰਜਰ ਵੱਜਿਆ ਸੀਗਾ ਥੋੜ੍ਹੇ ਦਿਨ ਪਹਿਲਾਂ ਜ਼ਖਮ ਬੰਦ ਕੀਤਾ ਸੀ, ਉਹ ਫਿਰ ਖੁੱਲ੍ਹ ਗਿਆ। ਤਾਂ ਫਿਰ ਕੋਸ਼ਿਸ਼ ਕੀਤੀ ਗਈ ਕਿ ਵੈਦ ਨੂੰ ਸੱਦਿਆ ਜਾਵੇ, ਬੰਦ ਕਰੀਏ। ਪਾਤਸ਼ਾਹ ਕਹਿੰਦੇ ਨਹੀਂ, ਹੁਣ ਸਾਡਾ ਜਾਣ ਦਾ ਸਮਾਂ ਆ ਗਿਆ। ਕਹੋ ਸਤਨਾਮ ਸੀ। ਹੁਣ ਨਹੀਂ ਬੰਦ ਕਰਨਾ, ਇਹ 'ਤੇ ਪਰਨਾ ਬੰਨੋ। ਚੰਗੀ ਤਰ੍ਹਾਂ ਪਰਨਾ ਕੱਪੜਾ ਬੰਨ੍ਹਿਆ ਗਿਆ, ਖੂਨ ਰੋਕਿਆ ਗਿਆ। ਔਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬੜੀ ਤੇਜ਼ੀ ਦੇ ਨਾਲ ਫਿਰ ਕਹਿੰਦੇ ਵੀ ਇੱਦਾਂ ਕਰੋ, ਕਨਾਤਾਂ ਲਾਓ। ਕਨਾਤਾਂ ਲਵਾਈਆਂ। ਕਨਾਤਾਂ ਦੇ ਵਿਚਾਲੇ ਕਹਿੰਦੇ ਕਿ ਚੰਦਨ ਦੀ ਚਿਖਾ ਚਨਾਈ ਗਈ। ਉਸ ਚਿਖਾ ਦੇ ਦੁਆਲੇ ਵੀ ਕਨਾਤ ਲਵਾ ਦਿੱਤੀ। ਉਸ ਤੋਂ 10 ਫੁੱਟ 12 ਫੁੱਟ ਬਾਹਰਲੇ ਪਾਸੇ ਇੱਕ ਹੋਰ ਲਵਾ ਦਿੱਤੀ। ਕੁਝ ਦਿਨ ਪਹਿਲਾਂ ਪਾਤਸ਼ਾਹ ਨੇ ਗੁਰਤਾ ਗੱਦੀ ਦੇ ਹੀ ਦਿੱਤੀ ਸੀਗੀ, ਅਤੇ ਸਿੰਘਾਂ ਨੂੰ ਕਹਿਣ ਲੱਗੇ, ਲਓ ਵੀ ਹੁਣ ਅਸੀਂ ਚੱਲੇ ਹਾਂ, ਤੁਹਾਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਤੁਸੀਂ ਗੁਰਬਾਣੀ ਨਾਲ ਜੁੜੇ ਰਹਿਣਾ, ਗੁਰਬਾਣੀ ਨੂੰ ਸਮਝਣਾ, ਵਿਚਾਰਨਾ, ਜ਼ਿੰਦਗੀ ਵਿੱਚ ਢਾਲਣਾ। ਕਹਿਣ ਲੱਗੇ ਜੀ ਠੀਕ ਆ। ਪਰ ਸਿੰਘ ਰੋਣ ਲੱਗੇ ਜਿਹੜੇ ਉੱਥੇ ਬੈਠੇ ਸੀ ਨਾਲ ਸਤਿਗੁਰਾਂ ਨੇ। ਕਹਿੰਦੇ ਪਾਤਸ਼ਾਹ ਇਹ ਕੀ ਕੌਤਕ ਵਰਤਾ ਰਹੇ ਹੋ, ਅਸੀਂ ਕਿੱਧਰ ਜਾਵਾਂਗੇ, ਤੁਹਾਡੇ ਬਿਨਾਂ ਸਾਡਾ ਕੌਣ ਹੈ ਇੱਥੇ। ਕਹਿੰਦੇ ਵੇਖੋ, ਵਿਰਾਗ ਨਹੀਂ ਕਰਨਾ। ਗੁਰੂ ਜਿਹੜਾ ਕਦੇ ਮਰਦਾ ਨਹੀਂ ਹੁੰਦਾ, ਪਰਮੇਸ਼ਰ ਵਿੱਚ ਮਿਲਦਾ ਹੈ। ਮੈਂ 2 ਦੇਸ਼ਾਂ ਦਾ ਵਾਸੀ ਹਾਂ, ਕਦੇ ਇੱਥੇ ਕਦੇ ਉੱਥੇ। ਯਾਦ ਕਰੋਗੇ ਤੇ ਫਿਰ ਆਵਾਂਗੇ। ਸਾਰੀ ਤਿਆਰੀ ਕਰਕੇ ਆਪਾਂ ਸਮਾਪਤੀ ਵੱਲ ਹੋਈਏ। ਪਾਤਸ਼ਾਹ ਜੀ ਕਹਿੰਦੇ ਉਸ ਕਨਾਤ ਤੋਂ ਬਾਹਰਲੀ ਤੋਂ ਅੰਦਰ ਜਾਂਦੇ ਆ, ਅਤੇ ਜਾਣ ਤੋਂ ਪਹਿਲਾਂ ਕਹਿੰਦੇ ਆ ਕਿਸੇ ਨੇ ਅੰਦਰ ਨਹੀਂ ਆਉਣਾ। ਹੁਣ ਹੁਕਮ ਦੇ ਬੱਝੇ ਹੋਏ ਸਿੰਘ ਸਾਰੇ ਬਾਹਰਲੇ ਪਾਸੇ ਬੈਠ ਗਏ, ਅਤੇ ਪਾਤਸ਼ਾਹ ਜੀ ਉਸ ਕਨਾਤ ਤੋਂ ਅੰਦਰ ਗਏ, ਅਤੇ ਫਿਰ ਅਗਲੀ ਚਿਖਾ ਦੇ ਕੋਲ ਵੀ ਪਹੁੰਚੇ। ਅਤੇ ਥੋੜ੍ਹੀ ਦੇਰ ਬਾਅਦ ਸਿੰਘਾਂ ਨੇ ਕੀ ਦੇਖਿਆ ਕਿ ਚਿਖਾ ਨੂੰ ਅੱਗ ਲੱਗ ਗਈ, ਭਾਂਬੜ ਨਿਕਲੇ, ਸਾਰੇ ਸਿੰਘ ਰੋਣ ਲੱਗੇ। ਕਾਫੀ ਸਮਾਂ ਜਦ ਬਤੀਤ ਹੋਇਆ, ਛਾਵਾਂ ਹੋਈਆਂ, ਜਾਂਦੇ ਜਾਂਦੇ ਸਤਿਗੁਰੂ ਇਹ ਵੀ ਕਹਿੰਦੇ ਸੀ ਚਿਖਾ ਨੂੰ ਫਰੋਲਿਓ ਨਾ, ਇਹਨੂੰ ਆਈ ਨੱਪ ਦਿਓ ਇੱਥੇ ਹੀ,
ਮਿੱਟੀ ਪਾ ਕੇ ਉੱਤੇ ਨੱਪ ਦਿਓ, ਇਹਨੂੰ ਦੇਖਿਓ ਨਾ ਵਿੱਚ ਕੀ ਹੈ ਇਹਦੇ। ਜਦੋਂ ਮੈਨੂੰ ਯਾਦ ਕਰੋਗੇ ਮੈਂ ਉਦੋਂ ਹੀ ਆ ਜਾਊਂਗਾ। ਤਾਂ ਸ਼ਾਮਾਂ ਹੋਈਆਂ, ਸ਼ਾਮਾਂ ਨੂੰ ਉਹਨਾਂ ਦੇ ਕੋਲ ਇੱਕ ਸਾਧੂ ਆਇਆ, ਉਹਦੇ ਕੋਲੇ ਕੜਾਹ ਪ੍ਰਸ਼ਾਦ ਦਾ ਵੱਟ ਹੈ। ਉਹ ਕਹਿੰਦੇ ਤੁਸੀਂ ਰੋਈ ਕਿਉਂ ਜਾਂਦੇ ਹੋ? ਕਹਿੰਦੇ ਯਾਰ ਸਾਨੂੰ ਗੁਰੂ ਸਾਹਿਬ ਵਿਛੋੜਾ ਦੇ ਗਏ, ਸਾਨੂੰ ਛੱਡ ਕੇ ਇੱਥੇ ਲਿਆ ਕੇ ਦੱਖਣੀ ਇਲਾਕੇ 'ਚ, ਅਤੇ ਉਹ ਚਲੇ ਗਏ, ਸਰੀਰ ਗਮਨ ਕਰ ਗਏ, ਪਰਲੋਕ ਗਮਨ ਕਰ ਗਏ। ਉਹ ਕਹਿੰਦਾ ਉਹ ਤਾਂ ਮੈਨੂੰ ਮਿਲੇ ਚੰਗੇ ਭਲੇ, ਸੋਨੂੰ ਮਿਲਿਆ? ਕਹਿੰਦੇ ਆਹ ਦੇਖੋ ਮੈਨੂੰ ਪ੍ਰਸ਼ਾਦ ਦੇ ਕੇ ਭੇਜਿਆ। ਉਹ ਨੀਲੇ ਘੋੜੇ 'ਤੇ ਸਵਾਰ ਸੀ, ਸਾਰੇ ਸ਼ਸਤਰ ਵਸਤਰ ਪਹਿਨੇ ਹੋਏ ਸੀ ਸਰੀਰ 'ਤੇ। ਮੈਨੂੰ ਕਹਿੰਦੇ ਜਾ ਕੇ ਸਿੰਘਾਂ ਨੂੰ ਧੀਰਜ ਦਿਓ ਕਿ ਮੈਂ ਕਿਧਰੇ ਮਰਦਾ ਨਹੀਂ, ਮੈਂ ਹਮੇਸ਼ਾ ਰਹਿਣ ਵਾਲਾ ਹਾਂ, ਦੋ ਲੋਕਾਂ ਦਾ ਵਾਸੀ ਹਾਂ, ਕਦੇ ਇੱਥੇ ਕਦੇ ਉੱਥੇ, ਕਦੇ ਇੱਥੇ ਕਦੇ ਉੱਥੇ। ਸਰਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦਾਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਕਲਯੁਗ ਆਪ ਨਾਨਕੇ ਅੰਗਦ ਅਮਰ ਕਹਾਇਓ। ਇੱਕੋ ਹੀ ਤਾਂ ਜੋਤ ਹੈ ਸਾਰੇ ਸਮਿਆਂ ਦੇ ਵਿੱਚ। ਪਰ ਕਿੱਥੇ ਗੁਰੂ ਪਿਆਰੋ ਧੀਰ ਜਾਵੇ। ਉਹ ਸਾਧੂ ਨੇ ਕਿਹਾ ਵੀ ਆਹ ਲਓ ਪ੍ਰਸ਼ਾਦ ਮੈਨੂੰ ਭੇਜਿਆ। ਸਿੰਘਾਂ ਨੇ ਜਾ ਕੇ ਤਵੇਲਾ ਵੇਖਿਆ, ਤਵੇਲੇ ਵਿੱਚ ਵਾਕਿਆ ਨੀਲਾ ਘੋੜਾ ਵੀ ਹੈ ਨਹੀਂ ਸੀਗਾ। ਕੁਝ ਭਰੋਸਾ ਆਇਆ ਵੀ ਗੱਲ ਤਾਂ ਠੀਕ ਆ, ਪਰ 3 ਦਿਨਾਂ ਦੇ ਬਾਅਦ ਚਿਖਾ ਵੀ ਫਰੋੜ ਲਈ। ਚਿਖਾ ਦੇ ਵਿੱਚੋਂ ਨਾ ਤਾਂ ਸ਼ਸਤਰ ਪਹਿਨੇ ਹੋਏ ਸਰੀਰ 'ਤੇ ਲੱਭੇ, ਨਾ ਕੁਝ ਹੋਰ ਲੱਭਿਆ। ਇੱਕ ਛੋਟਾ ਸ੍ਰੀ ਸਾਹਿਬ ਲੱਭਿਆ, ਜਿਹਦੇ ਨਾਲ ਨੰਦੇੜ ਸਾਹਿਬ ਹੁਣ ਭੋਗ ਲਵਾਉਂਦੇ ਆ ਕੜਾ ਪ੍ਰਸ਼ਾਦ ਦੇਗ ਨੂੰ। ਉਹ ਸ੍ਰੀ ਸਾਹਿਬ ਮਿਲਿਆ, ਮਤਲਬ ਉਹ ਦੱਸ ਕੇ ਗਏ ਜਾਂਦੇ ਕਿ ਮੈਂ ਸ਼ਕਤੀ ਹਾਂ, ਮੈਂ ਸਰੀਰ ਨਹੀਂ ਹਾਂ। ਮੇਰਾ ਰੂਪ ਗ੍ਰੰਥ ਜੀ ਜਾਨ, ਇਸਮੈ ਭੇਦ ਨਾ ਰੰਚਕ ਮਾਨ, ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿਤ ਲਾਏ। ਮੈਂ ਸ਼ਕਤੀ ਹਾਂ, ਉਹਦਾ ਇਸ਼ਾਰਾ ਦੱਸਦਾ ਕਿ ਮੈਂ ਸ਼ਕਤੀ ਹਾਂ, ਮੈਂ ਕੋਈ ਸਰੀਰ ਨਹੀਂ ਹਾਂ। ਮੈਂ ਸਰਬ ਕਲਾ ਹਰ ਥਾਂ 'ਤੇ ਹਰ ਵੇਲੇ ਰਹਿਣ ਵਾਲਾ। ਮੈਨੂੰ ਜਦੋਂ ਕੋਈ ਪਿਆਰ ਨਾਲ ਯਾਦ ਕਰੇਗਾ ਆਵਾਂਗਾ। ਉਦੋਂ ਬਾਅਦ ਕਈ ਘਟਨਾਵਾਂ ਘਟੀਆਂ, ਜਿਵੇਂ ਸਤਿਗੁਰਾਂ ਨੇ ਗੁਰੂ ਪਿਆਰਿਓ 2 ਰਾਜਿਆਂ ਨੂੰ ਜੇਲ੍ਹ 'ਚੋਂ ਕੱਢਣਾ, ਜਿਵੇਂ ਲੰਗਰਾਂ ਵਾਲੇ ਸੰਤਾਂ ਨੂੰ, ਨਿਹੰਗ ਸਿੰਘ ਨੂੰ ਦਰਸ਼ਨ ਦੇਣੇ ਗੁਰੂ ਪਿਆਰਿਓ। ਬਾਬਾ ਲੰਗਰਾਂ ਵਾਲੇ ਜਿਹੜੇ ਮਸ਼ਹੂਰ ਹਨ ਹਜ਼ੂਰ ਸਾਹਿਬ ਦੇ ਵਿੱਚ, ਉਹਨਾਂ ਨੂੰ ਦਰਸ਼ਨ ਦੇਣੇ। ਪਾਤਸ਼ਾਹ ਹੁਣ ਵੀ ਕਿਧਰੇ ਨਹੀਂ ਗਏ, ਅਲੋਪ ਹੋਏ ਆ ਸਿਰਫ ਸਰੀਰ ਕਰਕੇ, ਕਿਉਂਕਿ ਉਹਨਾਂ ਨੇ ਗੁਰਤਾ ਗੱਦੀ ਅੱਗੇ ਦੇ ਦਿੱਤੀ ਸੀ। ਜਦੋਂ ਅਗਲਾ ਗੁਰੂ ਬਣ ਗਿਆ ਫਿਰ ਪਿਛਲਾ ਗੁਰੂ ਦਿਖਾਈ ਨਹੀਂ ਦਿੰਦਾ, ਕੋਈ ਅਲੋਪ ਹੋ ਜਾਂਦਾ। ਬਾਬੇ ਨਾਨਕ ਨੇ ਗੱਦੀ ਦਿੱਤੀ ਲਹਿਣਾ ਜੀ ਨੂੰ, ਤੇ ਕੁਝ ਦਿਨਾਂ ਬਾਅਦ ਉਹ ਸਰੀਰ ਤੇ ਆ ਗਏ, ਅਲੋਪ ਹੋ ਗਏ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਵੀ ਅੱਜ ਦੇ ਦਿਹਾੜੇ 'ਤੇ ਅਲੋਪ ਹੋ ਕੇ ਖਾਲਸੇ ਦੇ ਵਿੱਚ ਸਮਾ ਗਏ। ਮੇਰਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇਹੋ ਸਾਲਸਾ ਸੰਗਾ, ਜਾਵਲਾ ਖਾਲਸਾ ਰਹੇ ਨਿਆਰਾ, ਤਵ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਾਹੇ ਬੇਪਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਜਦੋਂ ਇਹ ਵੀ ਬਾਹਮਣੀ ਕਰਮ ਕਾਂਡਾਂ 'ਚ ਪੈ ਗਿਆ ਫਿਰ ਮੈਨੂੰ ਕੋਈ ਭਰੋਸਾ ਨਹੀਂ। ਇਸ ਕਰਕੇ ਅੱਜ ਉਹ ਦਿਹਾੜਾ ਹੈ ਜਦੋਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਔਰ ਗੁਰਤਾ ਗੱਦੀ ਗ੍ਰੰਥ ਸਾਹਿਬ ਮਹਾਰਾਜ ਦੇ ਦਿੱਤੀ। ਉਸ ਤੋਂ ਬਾਅਦ ਹੁਕਮ ਕੀਤਾ ਕਿ ਸਾਰੇ ਤਖਤਾਂ 'ਤੇ, 4 ਤਖਤਾਂ ਦੇ ਉੱਤੇ ਇਹ ਗ੍ਰੰਥ ਸਾਹਿਬ ਜੀ ਦੇ ਉਤਾਰੇ ਭੇਜੇ ਜਾਣ। ਇਹ ਕੰਮ ਫਿਰ ਬਾਬਾ ਦੀਪ ਸਿੰਘ, ਭਾਈ ਮਣੀ ਸਿੰਘ ਆਦਿ ਇਹਨਾਂ ਸਿੰਘਾਂ ਨੇ, ਹੋਰ ਸਿੰਘਾਂ ਨੇ ਕੀਤੇ ਰਲ ਕੇ। ਸਾਰੇ ਤਖਤਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ। ਫਿਰ ਸਾਰੇ ਥਾਵਾਂ 'ਤੇ ਗੁਰਬਾਣੀ ਪਹੁੰਚ ਗਈ। ਅੱਜ ਗੁਰਬਾਣੀ ਸਾਡੇ ਕੋਲ ਹੈ ਗੁਰੂ ਦੇ ਰੂਪ ਦੇ ਵਿੱਚ। ਖੈਰ ਵਿਚਾਰਾਂ ਇੱਥੇ ਰੋਕਦੇ ਹਾਂ, ਅਗਲੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਐਸੇ ਸਤਿਗੁਰਾਂ ਨੂੰ ਲੱਖ ਲੱਖ ਵਾਰ ਨਮਸਕਾਰ ਹੈ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।